ਸਤਿਕਾਰਯੋਗ ਅਧਿਆਪਕ ਸਾਹਿਬਾਨ ਅਤੇ ਬਹੁਤ ਹੀ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਜਿਸ ਟੌਪਿਕ ਦੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਆਮਦਨ ਦੀਆਂ ਧਾਰਨਾਵਾਂ, ਕਨਸੈਪਟਸ ਆਫ ਇਨਕਮ। ਸੋ ਇਹਦੇ ਬਾਰੇ ਆਪਾਂ ਅੱਜ ਜਾਣਕਾਰੀ ਹਾਸਲ ਕਰਾਂਗੇ। ਇਹਦੇ ਵਿੱਚ ਪਹਿਲਾਂ ਤਾਂ ਆਪਾਂ ਜਾਣਾਂਗੇ ਕਿ ਕੁੱਲ ਆਮਦਨ, ਔਸਤ ਆਮਦਨ ਅਤੇ ਸੀਮਾਂਤ ਆਮਦਨ ਕੀ ਆ। ਫਿਰ ਨਾਲ ਹੀ ਉਹਨਾਂ ਦੀ ਆਪਾਂ ਪਰਿਭਾਸ਼ਾ ਦੇਖਾਂਗੇ ਅਤੇ ਉਸ ਤੋਂ ਬਾਅਦ ਕੁੱਲ ਆਮਦਨ, ਔਸਤ ਆਮਦਨ, ਸੀਮਾਂਤ ਆਮਦਨ ਨੂੰ ਪਤਾ ਕਰਨ ਦੇ ਕੀ ਫਾਰਮੂਲਾਜ਼ ਹੈ, ਕੀ ਸੂਤਰ ਕੀ ਹੈ, ਅਤੇ ਉਸ ਤੋਂ ਬਾਅਦ ਉਹਨਾਂ ਦੇ ਆਪਸ ਵਿੱਚ ਕੀ ਸੰਬੰਧ ਹੈ। ਸੀਮਾਂਤ ਆਮਦਨ ਅਤੇ ਕੁੱਲ ਆਮਦਨ ਦਾ ਕੀ ਸੰਬੰਧ ਆ, ਜਾਂ ਸੀਮਾਂਤ ਆਮਦਨ ਅਤੇ ਔਸਤ ਆਮਦਨ ਦਾ ਕੀ ਸੰਬੰਧ ਆ। ਉਸ ਤੋਂ ਬਾਅਦ ਆਪਾਂ ਜਾਣਾਂਗੇ ਕਿ ਬਾਜ਼ਾਰ ਦੇ ਵੱਖ-ਵੱਖ ਰੂਪਾਂ ਦੇ ਵਿੱਚ ਕੁੱਲ ਆਮਦਨ, ਔਸਤ ਆਮਦਨ ਅਤੇ ਸੀਮਾਂਤ ਆਮਦਨ ਦੀ ਕੀ ਸਥਿਤੀ ਹੁੰਦੀ ਆ, ਅਤੇ ਐਂਡ ਦੇ ਵਿੱਚ ਆਪਾਂ ਇਹਨਾਂ ਦੇ ਆਪਣੇ ਸੰਬੰਧ ਵੀ ਦੇਖਾਂਗੇ ਅਤੇ ਬਾਅਦ ਵਿੱਚ ਇੱਕ ਦੋ ਜੇ ਸਮਾਂ ਰਿਹਾ ਤਾਂ ਆਪਾਂ ਉਦਾਹਰਨਾਂ ਬਾਰੇ ਵੀ ਗੱਲ ਕਰਾਂਗੇ। ਸੋ ਕਰਦੇ ਹਾਂ ਸ਼ੁਰੂਆਤ ਅੱਜ ਦੀ। ਧਿਆਨ ਤੁਸੀਂ ਦੇਣਾ, ਧਿਆਨ ਦੇ ਨਾਲ ਸਾਰੀਆਂ ਗੱਲਾਂ ਨੋਟ ਕਰਨੀਆਂ। ਮੇਨ ਗੱਲ ਜਿਹੜੀ ਹੈਗੀ ਆ ਉਹਦੇ 'ਚ ਹੈਗੇ ਆ ਸੂਤਰ, ਜੋ ਫਾਰਮੂਲੇ ਯਾਦ ਕਰਨ ਵਾਲੇ, ਮਤਲਬ ਕਿ ਉਹਨਾਂ ਨੂੰ ਨੋਟ ਕਰਨ ਵਾਲੀ ਗੱਲ ਆ। ਕੋਈ ਰੱਟਾ ਲਾਉਣ ਵਾਲੀ ਕੋਈ ਗੱਲ ਨਹੀਂ ਹੈ, ਉਹਨਾਂ ਨੂੰ ਨੋਟ ਕਰ ਲੈਣਾ ਤੁਸੀਂ, ਅਤੇ ਉਹ ਬਹੁਤ ਜ਼ਰੂਰੀ ਹੈਗੇ ਆ। ਮਤਲਬ ਕਿ ਕੁੱਲ ਆਮਦਨ ਨੂੰ ਕਿਵੇਂ ਪਤਾ ਕੀਤਾ ਜਾ ਸਕਦਾ, ਔਸਤ ਆਮਦਨ ਦਾ ਕਿਵੇਂ ਪਤਾ ਕੀਤਾ ਜਾ ਸਕਦਾ, ਅਤੇ ਸੀਮਾਂਤ ਆਮਦਨ ਦਾ ਪਤਾ ਕਿਵੇਂ ਕੀਤਾ ਜਾ ਸਕਦਾ। ਇੱਕ ਤਾਂ ਸਾਨੂੰ ਕਨਸੈਪਟ ਕਲੀਅਰ ਹੋਵੇ ਅਤੇ ਦੂਸਰਾ ਸਾਨੂੰ ਉਸ ਦਾ ਸੂਤਰ ਜਿਹੜਾ ਉਹ ਆਉਂਦਾ ਹੋਵੇ। ਇਹਦੇ ਨਾਲ ਹੀ ਥੋੜ੍ਹਾ ਪੂਰਾ ਚੈਪਟਰ ਜਿਹੜਾ ਉਹਦੀ ਤਿਆਰੀ ਹੋ ਜਾਣੀ ਆ। ਬਹੁਤ ਈਜ਼ੀ ਆ, ਧਿਆਨ ਦੇਣਾ ਸਾਰਿਆਂ ਨੇ। ਆਮਦਨ ਹੁੰਦੀ ਕੀ ਆ, ਕਿਸ ਨੂੰ ਆਮਦਨ ਕਹਿੰਦੇ ਆ? ਕਿ ਜਿਵੇਂ ਇੱਕ ਆਈਸਕ੍ਰੀਮ ਬਣਾਉਣ ਵਾਲੀ ਫੈਕਟਰੀ ਆ, ਉਹਨੇ 100 ਆਈਸਕ੍ਰੀਮਾਂ ਜਿਹੜੀਆਂ ਉਹ ਆਪਣੀ ਉਹ ਵਿਕਰੀ ਕਰਦੀ ਆ 100 ਆਈਸਕ੍ਰੀਮਾਂ ਦੀ, ਅਤੇ ਉਹਨੂੰ ਵਿਕਰੀ ਕਰਨ ਤੋਂ ਬਾਅਦ 1000 ਰੁਪਇਆ ਜਿਹੜਾ ਉਹਨੂੰ ਪ੍ਰਾਪਤ ਹੁੰਦਾ, ਤਾਂ ਇਹ 1000 ਰੁਪਇਆ ਜਿਹੜਾ ਉਹ ਉਸਦੀ ਆਮਦਨ ਆ। ਇੱਕ ਗੱਲ ਨੋਟ ਕਰਨ ਵਾਲੀ ਗੱਲ ਆ ਕਿ ਲਾਭ ਅਤੇ ਆਮਦਨ ਜਿਹੜਾ ਹੈਗਾ ਉਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਲਾਭ ਜਿਹੜਾ ਹੈਗਾ ਉਹ ਇਹਦੇ ਵਿੱਚ ਹੀ ਸ਼ਾਮਲ ਹੁੰਦਾ। ਇਸ ਕੁੱਲ ਆਮਦਨ, ਇਹ 1000 ਰੁਪਏ ਦੇ ਵਿੱਚ ਹੀ ਲਾਗਤਾਂ ਵੀ ਆ ਅਤੇ ਲਾਭ ਵੀ ਆ। ਸੋ ਲਾਭ ਵੱਖਰਾ ਨਹੀਂ ਹੋਏਗਾ, ਲਾਭ ਜਿਹੜਾ ਇਹਦਾ ਇੱਕ ਪਾਰਟ ਹੋਏਗਾ ਉਸ ਕੁੱਲ ਆਮਦਨ ਦਾ। ਉਹਦੇ ਵਿੱਚੋਂ ਹੀ ਉਸ ਫੈਕਟਰੀ ਦੇ ਮਾਲਕ ਨੇ ਆਪਣੀਆਂ ਲਾਗਤਾਂ ਪੂਰੀਆਂ ਕਰਨੀਆਂ ਅਤੇ ਉਹਦੇ ਵਿੱਚੋਂ ਹੀ ਆਪਣਾ ਜਿਹੜਾ ਉਸਨੇ ਲਾਭ ਕਮਾਉਣਾ। ਸੋ ਲਾਗਤਾਂ ਪਲੱਸ ਲਾਭ ਹੀ ਆਮਦਨ ਜਿਹੜੀ ਆ ਉਹ ਬਣਦੀ ਆ। ਇਹਦੇ 'ਚ 3 ਧਾਰਨਾਵਾਂ ਅਸੀਂ ਪੜ੍ਹਾਂਗੇ, ਕੁੱਲ ਆਮਦਨ, ਸੀਮਾਂਤ ਆਮਦਨ ਅਤੇ ਔਸਤ ਆਮਦਨ। ਮਤਲਬ ਕਿ ਕੋਈ ਜਿਹੜੀ ਫੈਕਟਰੀ ਹੈਗੀ ਆ, ਜਿਹੜਾ ਉਤਪਾਦਕ ਹੈਗਾ, ਉਹ ਆਪਣੀਆਂ ਵਸਤੂਆਂ ਨੂੰ ਵੇਚ ਕੇ ਜੋ ਧਨ ਕਮਾਉਂਦਾ, ਤਾਂ ਉਹਨੂੰ ਅਸੀਂ ਇਹ 3 ਧਰਮਾਂ ਦੇ ਵਿੱਚ ਅਸੀਂ ਦੇਖਦੇ ਹਾਂ। ਇਹ ਜਿਹੜੀਆਂ ਕਨਸੈਪਟ ਜਿਹੜੇ ਇਨਕਮ ਦੇ, ਇੱਕ ਹੈ ਕੁੱਲ ਆਮਦਨ, ਫਿਰ ਸੀਮਾਂਤ ਆਮਦਨ ਅਤੇ ਔਸਤ ਆਮਦਨ। ਇਹਨਾਂ ਬਾਰੇ ਹੀ ਆਪਾਂ ਗੱਲਬਾਤ ਕਰਨੀ ਹੈ। ਪਹਿਲਾਂ ਕੁੱਲ ਆਮਦਨ ਕੀ ਹੈ? ਕਿ ਇੱਕ ਫਰਮ ਦੁਆਰਾ ਆਪਣੇ ਉਤਪਾਦਨ ਦੀ ਮਿੱਥੀ ਮਾਤਰਾ ਨੂੰ ਵੇਚ ਕੇ ਜੋ ਕੁੱਲ ਧਨ ਪ੍ਰਾਪਤ ਕੀਤਾ ਜਾਂਦਾ ਉਹ ਉਹਦੀ ਕੁੱਲ ਆਮਦਨ ਆ। ਇਹਨੂੰ ਆਪਾਂ ਪਤਾ, ਇਹ ਸੂਤਰ ਜਿਹੜਾ ਹੈਗਾ ਕਿ ਉਤਪਾਦਨ, ਆਊਟਪੁੱਟ, ਉਹਨੂੰ ਮਲਟੀਪਲਾਈ ਕਰਨਾ ਆਪਾਂ ਨੇ ਕੀਮਤ ਦੇ ਨਾਲ। ਕਿੰਨੇ ਰੁਪਏ ਦੀ, ਜਿਵੇਂ ਆਪਾਂ ਕਿਹਾ ਸੀਗਾ ਕਿ 100 ਆਈਸਕ੍ਰੀਮਾਂ ਵੇਚੀਆਂ ਅਤੇ ਉਹਦੀ ਕੀਮਤ ਹੈਗੀ ਆ ਆਈਸਕ੍ਰੀਮ ਦੀ 10 ਰੁਪਏ, ਤਾਂ 100 ਨੂੰ 10 ਨਾਲ ਗੁਣਾ ਕਰ ਦੇਣਾ ਅਤੇ ਸਾਡੇ ਕੋਲ ਸਿੱਧਾ 1000 ਰੁਪਈਆ ਜਿਹੜਾ ਉਹ ਆ ਜਾਣਾ। ਵੈਰੀ ਈਜੀ। ਇਹਦੀ ਪਰਿਭਾਸ਼ਾ ਜਿਹੜੀ ਆ ਡੂਲੇ ਨੇ ਦਿੱਤੀ ਆ ਪਰਿਭਾਸ਼ਾ ਇਸਦੀ, ਇਹ ਤੁਹਾਨੂੰ ਨੋਟ ਕਰਨੀਆਂ ਪੈਣੀਆਂ। ਕੁੱਲ ਆਮਦਨ ਇੱਕ ਫਰਮ ਦੁਆਰਾ ਪ੍ਰਾਪਤ ਸਭ ਵਿਕਰੀ ਪ੍ਰਾਪਤੀਆਂ ਜਾਂ ਆਮਦਨ ਦਾ ਜੋੜ ਆ। ਮਤਲਬ ਕਿ ਇੱਕ ਫਰਮ ਦੁਆਰਾ ਜਿਹੜੀਆਂ ਸਾਰੀਆਂ ਆਈਟਮਾਂ ਦੀ ਵਿਕਰੀ ਤੋਂ ਜੋ ਆਮਦਨ ਪ੍ਰਾਪਤ ਹੁੰਦੀ ਆ, ਉਹਦਾ ਜੋੜ ਜਿਹੜਾ ਹੈਗਾ ਉਹ ਕੁੱਲ ਆਮਦਨ ਆ। ਅਤੇ ਇਹਨੂੰ ਪਤਾ ਕਿਵੇਂ ਕੀਤਾ ਜਾ ਸਕਦਾ? TR, ਟੋਟਲ ਰੈਵਨਿਊ ਆ। ਇਹ ਅੱਗੇ ਜਾ ਕੇ ਆਪਾਂ ਇਹਨਾਂ ਨੂੰ ਸ਼ਾਰਟ ਵਿੱਚ ਹੀ ਆਪਾਂ ਵਰਤਾਂਗੇ। ਜਿਹੜਾ ਕੁੱਲ ਆਮਦਨ ਜਿਹੜੀ ਆ TR, ਟੋਟਲ ਰੈਵਨਿਊ, ਉਸ ਨੂੰ ਆਪਾਂ TR ਕਹਾਂਗੇ, ਪ੍ਰਾਈਸ ਨੂੰ P ਕਹਾਂਗੇ, ਅਤੇ Q ਜਿਹੜਾ ਉਹ ਹੈਗਾ ਉਤਪਾਦਨ ਦੀਆਂ ਇਕਾਈਆਂ। ਤਾਂ P ਜਿਹੜੀ ਆ ਕੀਮਤ ਨੂੰ ਉਤਪਾਦਨ ਦੀਆਂ ਇਕਾਈਆਂ ਦੇ ਨਾਲ ਆਪਾਂ ਗੁਣਾ ਕਰ ਦਈਏ ਤਾਂ ਸਾਨੂੰ ਕੁੱਲ ਆਮਦਨ ਜਿਹੜੀ ਆ ਉਹ ਮਿਲਦੀ ਆ। ਇਹਦੀ ਪਰਿਭਾਸ਼ਾ ਅੱਗੇ ਜਿਹੜਾ ਸਾਡਾ ਆਉਂਦਾ ਸੀਮਾਂਤ ਆਮਦਨ, ਮਾਰਜਨਲ ਰੈਵਨਿਊ, ਇਸ ਨੂੰ ਸ਼ਾਰਟ ਵਿੱਚ ਆਪਾਂ MR ਕਹਾਂਗੇ, ਮਾਰਜਨਲ ਰੈਵਨਿਊ। ਇਹਦੀ ਪਰਿਭਾਸ਼ਾ ਫਰਗੂਸਨ ਨੇ ਦਿੱਤੀ ਹੈ। ਇੱਕ ਫਰਮ ਦੇ ਰਾਹੀਂ
ਆਪਣੇ ਉਤਪਾਦਨ ਦੀ ਇੱਕ ਇਕਾਈ ਘੱਟ ਜਾਂ ਵੱਧ ਵੇਚਣ ਨਾਲ ਕੁੱਲ ਆਮਦਨ ਵਿੱਚ ਜੋ ਅੰਤਰ ਆਉਂਦਾ ਉਸ ਨੂੰ ਸੀਮਾਂਤ ਆਮਦਨ ਕਹਿੰਦੇ ਆ। ਆਪਾਂ ਇਕਾਈਆਂ ਦੇ ਵਿੱਚੋਂ ਜਾ ਕੇ ਲਗਾਤਾਰ ਜੇ ਆਪਾਂ ਮਤਲਬ ਕਿ ਮੰਨ ਲਓ 10 ਇਕਾਈਆਂ ਵੇਚੀਆਂ ਉਤਪਾਦਕ ਨੇ ਤੇ ਆਪਾਂ ਜੇ ਮੰਨ ਲਓ 5ਵੀਂ ਇਕਾਈ ਤੇ ਪਤਾ ਕਰਨੇ ਆ ਤੇ 5ਵੀਂ ਇਕਾਈ ਤੇ ਆਪਾਂ ਨੂੰ ਜਿਹੜੀ ਉਹ ਜਿਹੜਾ ਚੌਥੀ ਤੋਂ ਬਾਅਦ 5ਵੀਂ ਹੋਣ ਦੇ ਨਾਲ ਚੌਥੀ ਤੇ ਕਿੰਨੀ ਕੁੱਲ ਆਮਦਨ ਸੀ ਅਤੇ 5ਵੀਂ ਨਾਲ ਕੁੱਲ ਆਮਦਨ ਕਿੰਨੀ ਹੋ ਗਈ ਆ, ਕਿੰਨਾ ਵਾਧਾ ਜਾਂ ਕਿੰਨਾ ਘਾਟਾ ਹੋਇਆ ਆਮਦਨ ਦੇ ਵਿੱਚ। ਚੌਥੀ ਤੋਂ ਬਾਅਦ ਤਾਂ ਇੱਕ ਹੀ ਹੋਈ ਆਮਦਨ, ਜਿਹੜੀ ਉਤਪਾਦਨ ਦੀ ਇਕਾਈ ਤਾਂ ਇੱਕ ਪਰਿਵਰਤਨ ਆਇਆ ਇੱਕ, ਪਰ ਕੁੱਲ ਆਮਦਨ 'ਚ ਕਿੰਨਾ ਪਰਿਵਰਤਨ ਆਉਂਦਾ, ਉਹ ਜਿਹੜਾ ਵੱਧ ਜਾਂ ਘੱਟ ਹੋਣਾ ਉਸ ਨੂੰ ਕਹਿੰਦੇ ਆ ਸੀਮਾਂਤ ਆਮਦਨ। ਮਤਲਬ ਕਿ ਇੱਕ ਇਕਾਈ ਹੋਰ ਵੇਚਣ ਦੇ ਨਾਲ ਕੁੱਲ ਆਮਦਨ 'ਚ ਕਿੰਨਾ ਵਾਧਾ ਹੁੰਦਾ। ਤਾਂ ਸੀਮਾਂਤ ਆਮਦਨ ਪਤਾ ਲਗਾਉਣ ਦੇ ਲਈ ਕੁੱਲ ਆਮਦਨ ਵਿੱਚ ਤਬਦੀਲੀ, ਇਸ ਨੂੰ ਆਪਾਂ ਡੈਲਟਾ TR ਦੇ ਨਾਲ ਦਰਸਾਵਾਂਗੇ। ਤਬਦੀਲੀ ਹੁੰਦੀ ਆ ਡੈਲਟਾ, ਤਾਂ ਡੈਲਟਾ ਤਬਦੀਲੀ, TR ਟੋਟਲ ਰੈਵਨਿਊ। ਤਾਂ ਕੁੱਲ ਆਮਦਨ ਦੇ ਵਿੱਚ ਤਬਦੀਲੀ, ਉਸ ਨੂੰ ਡਿਵਾਈਡ ਕਰਨਾ ਆਪਾਂ ਨੇ ਡੈਲਟਾ Q, ਮਤਲਬ ਕਿ ਉਤਪਾਦਨ ਦੀਆਂ ਜਿਹੜੀਆਂ ਵਿਕਰੀ ਕੀਤੀਆਂ ਇਕਾਈਆਂ ਦੀ ਮਾਤਰਾ, ਉਹਦੇ ਨਾਲ ਆਪਾਂ ਭਾਗ ਦੇਵਾਂਗੇ। ਇਹ ਸੂਤਰ ਨੋਟ ਕਰਨਾ ਤੁਸੀਂ, MR ਬਰਾਬਰ ਹੈ ਕੁੱਲ ਆਮਦਨ ਵਿੱਚ ਪਰਿਵਰਤਨ ਡੈਲਟਾ TR ਬਟਾ ਵੇਚੀ ਗਈ ਮਾਤਰਾ ਵਿੱਚ ਤਬਦੀਲੀ, ਤਾਂ ਇਹ ਡੈਲਟਾ Q। ਸੀਮਾਂਤ ਆਮਦਨ ਕਿਸੇ ਵਸਤੂ ਦੀ ਇੱਕ ਵਾਧੂ ਇਕਾਈ ਵੇਚਣ ਨਾਲ ਕੁੱਲ ਆਮਦਨ ਵਿੱਚ ਹੋਣ ਵਾਲਾ ਵਾਧਾ ਸੀਮਾਂਤ ਆਮਦਨ ਆ। ਮਤਲਬ ਕਿ ਜੇ 10 ਰੁਪਏ ਦੀ ਕੀਮਤ ਤੇ 100 ਇਕਾਈਆਂ ਵੇਚਣ ਦੇ ਨਾਲ, ਜਿਵੇਂ ਆਪਾਂ ਪਹਿਲਾਂ ਦੇਖਿਆ ਕਿ ਉਹ 100 ਆਈਸਕ੍ਰੀਮਾਂ ਵੇਚੀਆਂ ਤੇ ਉਹਨੂੰ 1000 ਰੁਪਇਆ ਪ੍ਰਾਪਤ ਹੋਇਆ, ਤਾਂ ਜੇ 100 ਤੋਂ ਬਾਅਦ 100 ਇਕਾਈਆਂ ਤੋਂ ਬਾਅਦ ਜੇ ਉਹ ਇੱਕ ਹੋਰ ਇਕਾਈ ਵੇਚ ਦਿੰਦੀ ਆ ਤੇ ਉਹ ਹੋ ਜਾਣਗੀਆਂ 101। 101 ਇਕਾਈਆਂ ਵੇਚਣ ਦੇ ਨਾਲ ਕੁੱਲ ਆਮਦਨ ਦੇ ਵਿੱਚ ਕੁੱਲ ਆਮਦਨ ਕਿੰਨੀ ਹੋ ਜਾਂਦੀ ਆ, ਉਹ ਹੁੰਦੀ ਆ 1010। ਤਾਂ ਸੀਮਾਂਤ ਆਮਦਨ ਜੇ ਆਪਾਂ ਪਤਾ ਲਗਾਉਣਾ ਹੋਵੇਗਾ ਤਾਂ ਆਪਾਂ ਜਿਹੜੀ ਲਾਸਟ ਜਿਹੜੀ ਮਾਤਰਾ ਹੈਗੀ ਆ ਨਵੀਂ ਆਮਦਨ ਜਿਹੜੀ ਉਹ ਹੈਗੀ ਆ 1010 ਵਿੱਚੋਂ ਪੁਰਾਣੀ ਮਾਤਰਾ ਜਿਹੜੀ ਹੈਗੀ ਆ, ਪੁਰਾਣੀ ਜਿਹੜੀ ਆਮਦਨ ਹੈਗੀ ਆ ਉਹ ਘਟਾ ਦੇਣੀ ਆ। 101 ਤੋਂ ਹੋਈ ਆ 110 ਰੁਪਏ, 1010 101 ਤੋਂ, ਅਤੇ 100 ਇਕਾਈਆਂ ਵੇਚਣ ਦੇ ਨਾਲ ਹੋਈ ਸੀ 1000 ਰੁਪਈਆ। ਤਾਂ 1010 ਦੇ ਵਿੱਚੋਂ 1000 ਰੁਪਈਆ ਘਟਾ ਦਿਆਂਗੇ ਤਾਂ 10 ਰੁਪਏ ਜਿਹੜੀ ਉਹ ਸੀਮਾਂਤ ਆਮਦਨ ਆ ਜਾਏਗੀ। ਇਹ ਆਪਾਂ ਕਿਸੇ ਵੀ ਇਕਾਈ ਦੇ ਉੱਤੇ ਆਪਾਂ ਪਤਾ ਕਰ ਸਕਦੇ ਹਾਂ। ਇਹਦਾ ਸੂਤਰ ਇਹ ਹੈਗਾ MR ਮਾਰਜਨਲ ਰੈਵਨਿਊ ਬਰਾਬਰ ਹੈ TRN। n ਦਾ ਮਤਲਬ ਹੈ ਕਿ ਜਿਹੜੀ ਇਕਾਈ ਤੇ ਅਸੀਂ ਮਾਪਣਾ, ਮੰਨ ਲਓ ਆਪਾਂ ਨੇ ਹੁਣੇ 5ਵੀਂ ਇਕਾਈ ਦੀ ਗੱਲ ਕੀਤੀ ਸੀ ਤਾਂ TRN ਮਾਈਨਸ ਉਹ 5ਵੀਂ ਤੇ ਕਿੰਨੀ ਆ ਕੁੱਲ ਆਮਦਨ ਕਿੰਨੀ ਹੋ ਗਈ ਆ, ਉਹਦੇ ਵਿੱਚੋਂ ਘਟਾਉਣੀ ਆਪਾਂ ਨੇ TRN ਮਾਈਨਸ 1। ਹੁਣ n ਜੇ 5 ਮੰਨਿਆ ਆਪਾਂ ਨੇ ਤੇ 5 ਵਿੱਚੋਂ ਇੱਕ ਘਟਾ ਦਿਆਂਗੇ ਤਾਂ 4 ਆ ਜਾਏਗਾ। ਇਹਦਾ ਮਤਲਬ ਜਿਹੜੀ 5ਵੀਂ ਇਕਾਈ ਤੇ ਜਿੰਨੀ ਕੁੱਲ ਆਮਦਨ ਹੈਗੀ ਆ ਉਹਦੇ ਚੋਂ ਆਪਾਂ ਚੌਥੀ ਵਾਲੀ ਮਾਈਨਸ ਕਰ ਦਈਏ ਤਾਂ ਸਾਡੇ ਕੋਲੇ 5ਵੀਂ ਇਕਾਈ ਦੀ ਸੀਮਾਂਤ ਆਮਦਨ ਜਿਹੜੀ ਆ ਉਹ ਆ ਜਾਏਗੀ। ਤਾਂ ਜਿਹੜੀ ਆ ਮੰਨ ਲਓ 10 ਇਕਾਈਆਂ ਵੇਚ ਕੇ ਕੁੱਲ ਆਮਦਨ ਜਿਹੜੀ ਉਹ 1000 ਰੁਪਈਆ, ਜਿਵੇਂ ਪਹਿਲੀ ਐਗਜ਼ਾਮਪਲ 'ਚ ਆਪਾਂ ਦੇਖਿਆ ਸੀ, ਤੇ 11 ਇਕਾਈਆਂ ਵੇਚ ਕੇ 1100 ਹੋ ਗਈ ਆ। ਤਾਂ ਜਿਹੜੀ 11ਵੀਂ ਇਕਾਈ ਦੀ ਸੀਮਾਂਤ ਆਮਦਨ ਉਹ ਆਪਾਂ ਇਸ ਸੂਤਰ ਦੇ ਨਾਲ ਆਪਾਂ ਪਤਾ ਕਰਨੀ ਆ। ਤਾਂ TRN, n ਆਪਾਂ ਨੇ ਕਿਹਾ 11, ਮਤਲਬ ਕਿ 11ਵੀਂ ਇਕਾਈ ਤੇ ਆਪਾਂ ਨੇ ਦੇਖਣੀ ਆ, ਉਹਦੇ ਵਿੱਚੋਂ ਆਪਾਂ ਮਾਈਨਸ ਕਰਨੀ ਆ TRN ਮਾਈਨਸ 1, ਮਤਲਬ ਕਿ 11ਵੀਂ ਚੋਂ ਇੱਕ ਮਾਈਨਸ ਕਰਾਂਗੇ ਤਾਂ 10ਵੀਂ ਆ ਜਾਏਗਾ। ਤਾਂ ਕੁੱਲ ਆਮਦਨ 11ਵੀਂ ਤੇ ਕਿੰਨੀ ਆ ਤੇ ਕੁੱਲ ਆਮਦਨ 10ਵੀਂ ਤੇ ਕਿੰਨੀ ਆ, ਉਹ 11ਵੀਂ ਵਿੱਚੋਂ 10ਵੀਂ ਵਾਲੀ ਮਾਈਨਸ ਕਰ ਦਿਆਂਗੇ। 11ਵੀਂ ਇਕਾਈ ਦੀ ਹੋ ਗਈ ਸੀ ਕੁੱਲ 1100 ਤੇ 10ਵੀਂ ਤੇ ਸੀ 1000, ਤਾਂ ਇਹ ਜਿਹੜਾ 100 ਰੁਪਇਆ ਜਿਹੜਾ ਉਹ ਅੰਤਰ ਆ ਗਿਆ, ਇਹ ਉਸ 5ਵੀਂ ਇਕਾਈ ਦੀ ਸੀਮਾਂਤ ਆਮਦਨ ਜਿਹੜੀ ਉਹ ਆ ਗਈ ਆ। ਤਾਂ ਇਹਦੇ ਦੋ ਸੂਤਰ ਹੋ ਗਏ ਆਪਾਂ ਨੇ ਹੁਣ ਤੱਕ ਜਿਹੜੇ ਦੇਖ ਲਏ ਆ। ਇੱਕ ਤਾਂ ਹੈਗਾ ਕਿ ਜੇ ਸਾਨੂੰ ਕੁੱਲ ਆਮਦਨ ਦੇ ਵਿੱਚ ਤਬਦੀਲੀ ਦਾ ਪਤਾ ਹੋਵੇ ਕਿ ਕੁੱਲ ਆਮਦਨ 'ਚ ਤਬਦੀਲੀ ਕਿੰਨੀ ਹੋਈ ਆ ਤੇ ਮਾਤਰਾ ਦੇ ਵਿੱਚ ਵੇਚੀ ਗਈ ਮਾਤਰਾ 'ਚ ਕਿੰਨੀ ਤਬਦੀਲੀ ਆ, ਡੈਲਟਾ Q। MR ਬਰਾਬਰ ਹੈ ਡੈਲਟਾ TR ਬਟਾ ਡੈਲਟਾ Q। ਤੇ ਦੂਸਰਾ ਸੂਤਰ ਆਪਾਂ ਹੁਣੇ ਕੀਤਾ ਜਿਹੜਾ MR ਬਰਾਬਰ ਹੈ TRN ਮਾਈਨਸ TRN ਮਾਈਨਸ 1। ਤਾਂ ਜੇ ਆਪਾਂ TR ਦਾ ਪਤਾ ਕਰਨਾ ਹੋਵੇ ਤੇ ਸਾਰੀਆਂ ਜਿਹੜੀਆਂ ਇਕਾਈਆਂ ਉਹਨਾਂ ਦਾ ਆਪਾਂ ਨੇ MR ਜੋੜ ਲਈਏ, ਸੀਮਾਂਤ ਆਮਦਨ ਜੋੜ ਲਈਏ ਤਾਂ ਸਾਨੂੰ ਕੁੱਲ ਆਮਦਨ ਦਾ ਪਤਾ ਲੱਗ ਜਾਂਦਾ। ਇਹ TR ਜਿਹੜੀ ਸਮੇਸ਼ਨ ਹੈ ਉਸ ਦਾ MR ਦਾ ਉਹ TR ਦੇ ਬਰਾਬਰ ਹੁੰਦਾ, ਸਾਰੀਆਂ ਇਕਾਈਆਂ ਦਾ ਜੋੜ ਹੀ ਹੁੰਦਾ।
ਤਾਂ ਅਗਲੀ ਜਿਹੜੀ ਸਾਡੀ ਹੈਗੀ ਧਾਰਨਾ ਉਹ ਹੈ ਔਸਤ ਆਮਦਨ। ਤਾਂ ਕਿਸੇ ਵਸਤੂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਪ੍ਰਤੀ ਇਕਾਈ ਆਮਦਨ ਔਸਤ ਆਮਦਨ ਕਹਾਉਂਦੀ ਹੈ। ਮਤਲਬ ਕਿ ਹਰੇਕ ਇਕਾਈ ਕਿੰਨੇ ਦੀ ਵੇਚੀ, ਇਹ ਪਰਿਭਾਸ਼ਾ ਹੈ ਮੈਕੋਨਲ ਦੀ ਪਰਿਭਾਸ਼ਾ, ਇਹ ਨੋਟ ਕਰਨਾ ਤੁਸੀਂ ਇਹਨੂੰ। ਤੇ ਦੁਬਾਰਾ ਫਿਰ ਇੱਕ ਵਾਰੀ ਮੈਨੂੰ ਰਿਪੀਟ ਕਰ ਦਿੰਦਾ ਕਿ ਕਿਸੇ ਵਸਤੂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਪ੍ਰਤੀ ਇਕਾਈ ਆਮਦਨ, ਹਰੇਕ ਇਕਾਈ ਤੋਂ ਕਿੰਨੀ ਆਮਦਨ ਹੋਈ ਆ ਉਸ ਨੂੰ ਔਸਤ ਆਮਦਨ ਕਿਹਾ ਜਾਂਦਾ। ਤਾਂ ਔਸਤ ਆਮਦਨ ਤੋਂ ਭਾਵ ਉਤਪਾਦਨ ਦੀ ਪ੍ਰਤੀ ਇਕਾਈ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਤੋਂ ਹੈ। ਤਾਂ ਕੁੱਲ ਮੰਨ ਲਓ ਜੇ ਸਾਡੇ ਕੋਲ ਕੁੱਲ ਆਮਦਨ 1000 ਹੈ, 1000 ਹੋਈ ਹੈ ਜਿਵੇਂ ਆਪਾਂ ਪਹਿਲੀਆਂ ਐਗਜ਼ਾਮਪਲਸ ਉਦਾਹਰਨਾਂ ਦੇ ਵਿੱਚ ਦੇਖਿਆ, ਤੇ ਮਾਤਰਾ ਜਿਹੜੀ ਕੁਆਂਟੀਟੀ ਹੈਗੀ ਹੈ ਵੇਚੀ ਗਈ ਉਹ ਹੈਗੀ 100। ਤਾਂ ਔਸਤ ਆਮਦਨ ਕਿਵੇਂ ਪਤਾ ਕਰਾਂਗੇ? TR ਨੂੰ Q ਨਾਲ ਡਿਵਾਈਡ ਕਰ ਦਾਂਗੇ, ਮਤਲਬ ਕਿ ਕੁੱਲ ਆਮਦਨ ਨੂੰ ਵਸਤੂ ਦੀਆਂ ਮਾਤਰਾਵਾਂ ਦੇ ਨਾਲ, ਇਕਾਈਆਂ ਦੇ ਨਾਲ ਡਿਵਾਈਡ ਕਰਾਂਗੇ, ਭਾਗ ਦੇਵਾਂਗੇ। 1000/100 ਹੋ ਗਿਆ ਤੇ 10 ਇਹਦਾ ਆਨਸਰ ਆ ਗਿਆ। ਇਹ ਔਸਤ ਆਮਦਨ ਹੋ ਗਈ। ਹੁਣ ਇਸ ਨੂੰ ਆਪਾਂ ਕਿਸ ਸਾਰਣੀ ਰਾਹੀਂ, ਟੇਬਲ ਰਾਹੀਂ ਦੇਖਦੇ ਹਾਂ। ਇਹ ਹੈ ਕੁੱਲ ਆਮਦਨ, ਔਸਤ ਆਮਦਨ ਅਤੇ ਸੀਮਾਂਤ ਆਮਦਨ ਜਦੋਂ AR ਸਥਿਰ ਹੈ, ਭਾਵ 10 ਰੁਪਏ ਰਹਿੰਦੀ ਹੈ। ਔਸਤ ਆਮਦਨ ਦੇ ਵਿੱਚ ਤਬਦੀਲੀ ਨਹੀਂ ਆਉਂਦੀ। ਔਸਤ ਆਮਦਨ ਨੂੰ ਕੀਮਤ ਵੀ ਕਿਹਾ ਜਾਂਦਾ ਹੈ। ਦੂਸਰੇ ਕਾਲਮ 'ਚ ਦੇਖੋ ਕੀਮਤ ਜਾਂ ਔਸਤ ਆਮਦਨ। ਤਾਂ ਕੀਮਤ ਅਤੇ ਔਸਤ ਆਮਦਨ ਦੋਨੇ ਬਰਾਬਰ ਹੁੰਦੇ ਆ। ਪ੍ਰਾਈਸ ਇਕੁਅਲ ਟੂ ਐਵਰੇਜ ਰੈਵਨਿਊ, ਇਹ ਦੋਨੇ ਬਰਾਬਰ ਹੁੰਦੇ ਆ। ਇੱਥੇ ਕੀ ਆ ਕਿ ਇਹ ਸਥਿਰ ਆ, ਪਹਿਲੀ ਤੇ ਵੀ 10, ਦੂਜੀ ਤੇ 10, ਤੀਜੀ 10, 4 10, 5 10, 10 10 10 10 ਹੀ ਰਹਿੰਦੀ ਆ। ਇਹ ਜਿਹੜਾ ਨਾ ਜਦੋਂ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਬਾਜ਼ਾਰ ਦੇ ਵੱਖ-ਵੱਖ ਰੂਪਾਂ ਦੀ, ਤਾਂ ਇਹ ਪੂਰਨ ਮੁਕਾਬਲੇ ਦੇ ਵਿੱਚ ਜਿਹੜੀ ਵਸਤੂ ਦੀ ਕੀਮਤ ਆ ਪ੍ਰਤੀ ਇਕਾਈ ਉਹ ਬਦਲਦੀ ਨਹੀਂ ਹੈ। ਜਿਵੇਂ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਨੂੰ, ਬੱਚਿਆਂ ਨੂੰ ਜਿਹੜਾ ਉਹ ਇਹ ਗੱਲ ਦਾ ਮਤਲਬ ਕਿ ਉਹ ਜਾਣੂ ਹੋਣਗੇ ਕਿ ਜਿਵੇਂ ਹੁਣ ਮਾਰਕੀਟ ਦੇ ਵਿੱਚ ਝੋਨਾ ਜਿਹੜਾ ਉਹ ਜੀਰੀ ਜਿਹੜੀ ਵੇਚੀ ਜਾ ਰਹੀ ਹੈ, ਤਾਂ ਉਹਦੀ ਇੱਕ ਸਥਿਰ ਕੀਮਤ ਹੋਏਗੀ। ਉਹ ਇਹ ਨਹੀਂ ਹੋਏਗੀ ਕਿ ਕਿਸਾਨ ਨੇ ਪਹਿਲਾ ਕੁਇੰਟਲ ਜਿਹੜਾ ਉਹ 2000 ਦਾ ਵੇਚਤਾ, ਮੁੜ ਕੇ 1800 ਦਾ ਵੇਚਤਾ, ਫਿਰ 1600 ਦਾ ਵੇਚਤਾ, ਇੱਦਾਂ ਨਹੀਂ ਹੋਏਗਾ। ਉਹ ਜਿੰਨੀ ਕੀਮਤ ਹੋਏਗੀ ਉਨੀ ਹੀ ਰਹੇਗੀ। ਸੋ ਇਹ ਸਿਚੁਏਸ਼ਨ ਜਿਹੜੀ ਹੈ, ਇਹ ਹਾਲਤ ਪੂਰਨ ਮੁਕਾਬਲੇ ਦੀ ਹੈ। ਪੂਰਨ ਮੁਕਾਬਲਾ ਆਪਾਂ ਅਗਲੇ ਪਾਠਾਂ ਦੇ ਵਿੱਚ ਜਾ ਕੇ ਇਹਦੇ ਬਾਰੇ ਆਪਾਂ ਡਿਟੇਲ 'ਚ ਕਰਾਂਗੇ ਕਿ ਜਿਹੜੇ ਬਾਜ਼ਾਰ ਦੇ ਰੂਪ ਹੁੰਦੇ ਆ, ਪੂਰਨ ਮੁਕਾਬਲਾ, ਏਕਾਧਿਕਾਰ ਤੇ ਏਕਾਧਿਕਾਰ ਪ੍ਰਤੀਯੋਗਤਾ, ਤੇ ਫਿਰ ਇਸ ਤੋਂ ਬਿਨਾਂ ਵੀ ਇੱਕ ਦੋ ਹੋਰ ਹੈਗੇ, ਪਰ ਤੁਹਾਡੇ ਸਿਲੇਬਸ ਦੇ ਵਿੱਚ ਆਪਾਂ 3 ਮੁਕਾਬਲਿਆਂ ਦੀ ਗੱਲ ਕਰਦੇ ਆ, 3 ਬਾਜ਼ਾਰਾਂ ਦੀ ਗੱਲ ਕਰਦੇ ਆ। ਤਾਂ ਇੱਥੇ AR ਸਥਿਰ ਆ, ਇਹ ਤੁਸੀਂ ਹੁਣ ਧਿਆਨ ਦੇਣਾ। ਦੇਖੋ ਜਦੋਂ ਔਸਤ ਕੀਮਤ ਜਾਂ ਔਸਤ ਆਮਦਨ ਸਥਿਰ ਹੁੰਦੀ ਆ, ਇਸ ਦਾ ਮਤਲਬ ਇਹ ਪੂਰਨ ਮੁਕਾਬਲਾ। ਇਹਦੇ 'ਚ ਆਪਾਂ ਜੇ ਕੁੱਲ ਆਮਦਨ ਦਾ ਪਤਾ ਕਰਨੀ ਆ ਤਾਂ ਕਿਵੇਂ ਕਰਨੀ ਆ? ਤਾਂ ਪਹਿਲੀ ਇਕਾਈ ਤੇ ਆਮਦਨ ਜਿਹੜੀ ਕੀਮਤ ਹੈਗੀ 10, 1 ਨੂੰ 10 ਨਾਲ ਗੁਣਾ ਕਰ ਦੇਣੀ, 10 × 10। ਫਿਰ 2 ਇਕਾਈ ਤੇ ਆ ਕੇ 2 ਇਕਾਈਆਂ ਤੇ ਕੀਮਤ ਉਹੀ 10 ਹੀ ਹੈ, 2 ਨੂੰ ਗੁਣਾ ਕਰ ਦੇਣੀ ਆ ਤੇ 10 × 20 ਹੋ ਗਿਆ। ਫਿਰ 3 ਇਕਾਈਆਂ ਤੇ ਆ ਕੇ 10 ਨਾਲ 3 ਨੂੰ ਕਰਨੀਆਂ ਤੇ 30 ਹੋ ਗਿਆ। 4 ਇਕਾਈਆਂ ਤੇ 10 ਨੂੰ ਗੁਣਾ ਕਰਨੀ ਤੇ 40 ਹੋ ਗਿਆ, ਤੇ 5 ਤੇ ਆ ਕੇ 50 ਹੋ ਗਿਆ। ਤਾਂ ਇਹ ਸਾਡੀ ਕੁੱਲ ਆਮਦਨ ਜਿਹੜੀ ਆ ਉਹ 10 ਇਕਾਈਆਂ, 5 ਇਕਾਈਆਂ ਨੂੰ 10 ਰੁਪਏ ਦੇ ਨਾਲ ਗੁਣਾ ਕਰਾਂਗੇ, 50 ਰੁਪਏ ਬਣਨਗੇ। ਹੁਣ ਆਪਾਂ ਨੇ ਸੀਮਾਂਤ ਆਮਦਨ ਪਤਾ ਕਰਨੀ ਹੈ। ਇਹ ਹਰੇਕ ਇਕਾਈ ਦੇ ਉੱਤੇ ਆਪਾਂ ਨੇ ਪਤਾ ਕਰਨੀ ਹੈ। ਜੇ ਪਹਿਲੀ ਤੇ ਜਿਹੜੀ ਹੈਗੀ ਆ, ਆਪਾਂ ਇੱਕ ਜਿਹੜੀ ਆ ਇੱਕ ਸਿੱਧਾ ਜਿਹਾ ਹਿਸਾਬ ਜਿਹੜਾ ਤੁਸੀਂ ਨੋਟ ਕਰਨਾ, ਉਹ ਨਵੀਂ ਮਾਈਨਸ ਪੁਰਾਣੀ, ਇੱਥੇ ਜਿਹੜੀ ਆ ਇੱਥੇ ਨਵੀਂ ਲਿਖਣੀ ਆ, ਇੱਥੇ ਮਾਈਨਸ ਪੁਰਾਣੀ ਕਰਨੀ ਆ। ਕਿਸੇ ਵੀ ਬਿੰਦੂ ਤੇ ਜਾ ਕੇ ਤੁਸੀਂ ਕਰੋਗੇ ਨਵੀਂ ਮਾਈਨਸ ਪੁਰਾਣੀ। ਹੁਣ ਜੇ ਮੈਂ ਇੱਥੇ ਚੌਥੀ ਇਕਾਈ ਤੇ ਪਤਾ ਕਰਨੀ ਹੋਵੇ ਤਾਂ ਨਵੀਂ ਤਾਂ ਹੋ ਗਈ 40, ਇਹ 40 ਲਿਖ ਲਿਆ ਇੱਥੇ, ਤੇ ਪੁਰਾਣੀ ਕਿੰਨੀ ਆ? ਇਸ ਤੋਂ ਪਹਿਲੀ 30, 40 ਚੋਂ 30 ਘਟਾ ਦਿੱਤੀ ਤੇ 10। ਤਾਂ ਇਦਾਂ ਹੀ ਇਹ 10 ਵਿੱਚੋਂ ਪੁਰਾਣੀ 0 ਸੀਗੀ, ਉਹ 0 ਆ, ਤੇ 10 ਚੋਂ 0 ਘਟਾਈ 10 ਹੀ ਰਹਿ ਗਈ। ਦੂਸਰੀ ਤੇ ਨਵੀਂ 20 ਹੋ ਗਈ ਆ, 20 ਚੋਂ ਇਹ ਪੁਰਾਣੀ 10 ਘਟਾਤੀ, ਤਾਂ 20 - 10 10 ਆ ਗਏ। ਹੁਣ 30 ਤੇ ਪਤਾ ਕਰਨੀ ਆਪਾਂ ਸੀਮਾਂਤ ਆਮਦਨ, 30 ਦੇ ਵਿੱਚੋਂ ਇੱਥੋਂ ਪਹਿਲਾਂ ਵਾਲੀ 20 ਮਾਈਨਸ ਕਰ ਦੇਣੀ ਆ ਤੇ 10 ਆ ਗਈ। ਤਾਂ ਤੁਸੀਂ ਦੇਖਦੇ ਆ ਕਿ ਸਾਰਿਆਂ 'ਚ 10 10 10 10 ਹੀ ਆ ਰਹੀ ਆ। ਇਹਦਾ ਮਤਲਬ ਜਦੋਂ ਕੀਮਤ ਜਿਹੜੀ ਆ ਉਹ ਸਥਿਰ ਹੁੰਦੀ ਆ, 10 10 10 10 ਚੱਲ ਰਹੀ ਆ, ਤਾਂ ਸੀਮਾਂਤ ਆਮਦਨ ਵੀ 10 10 10 ਚੱਲੇਗੀ। ਅੱਗੇ ਜਾ ਕੇ ਆਪਾਂ ਇਸ ਦੀ ਇੱਕ ਚਿੱਤਰ ਬਣਾ ਕੇ ਵੀ ਇਸ ਦਾ ਦੇਖਾਂਗੇ। ਹੁਣ ਆਪਾਂ ਇਹ ਕੁੱਲ ਆਮਦਨ ਪਤਾ ਕਰਨ ਦੇ ਸੂਤਰ ਇਹ ਨੋਟ ਕਰਨੇ ਆ ਤੁਸੀਂ। ਕੁੱਲ ਆਮਦਨ ਆਪਾਂ ਜਿਹੜੀ ਔਸਤ ਆਮਦਨ, ਐਵਰੇਜ ਰੈਵਨਿਊ, ਔਸਤ ਆਮਦਨ ਜਾਂ ਕੀਮਤ ਨੂੰ ਮਾਤਰਾ ਦੇ ਨਾਲ, ਵਸਤੂ ਦੀਆਂ ਮਾਤਰਾ ਦੇ ਨਾਲ ਗੁਣਾ ਕਰ ਦਈਏ ਤਾਂ ਕੀਮਤ ਆਪਾਂ ਕਿਹਾ ਸੀ 10 ਇਕਾਈਆਂ 5 ਸੀ, 10 × 5 50 ਹੋ ਗਿਆ।
इदां ही जे आपां सीमांत आमदन तो पता करनी आ तो सारे सीमांत आमदन का जोड़ कर लेना। पिछले इत्थे देखो 10 जमा 10 जमा 10 जमा 10 कर लिया तो 50 ही आएगा। तो इत्थे 10 जमा 10 जमा 10 जमा 10 जमा 50 आ गया। तो जे आपां औसत आमदन पता करनी है, साडे कोले कुल आमदन दिती हुई है, उहदे चों ਜਿਹੜੀਆਂ एक ਵੇਚੀਆਂ ਗਈਆਂ ਇਕਾਈਆਂ ਦੇ ਨਾਲ ਆਪਾਂ ਡਿਵਾਈਡ ਕਰ ਦੇਣਾ। ਕੁੱਲ ਆਮਦਨ ਆ ਗਈ 50 ਤੇ ਵਸਤੂਆਂ ਦੀ ਮਾਤਰਾ ਜਿਹੜੀ ਸੀ ਉਹ 5 ਸੀ, ਤਾਂ 10 ਨੂੰ 50 ਨੂੰ 5 ਨਾਲ ਡਿਵਾਈਡ ਕਰਾਂਗੇ ਤਾਂ 10 ਇਹਦਾ ਆਨਸਰ ਆ ਜਾਏਗਾ। ਇਸ ਤਰ੍ਹਾਂ ਹੀ ਜੇ ਇਸ ਸੂਤਰ ਦੇ ਨਾਲ ਪਤਾ ਕਰਨੀ ਆਪਾਂ, ਮੰਨ ਲਓ ਪੰਜਵੀਂ ਇਕਾਈ ਤੇ ਤਾਂ ਪੰਜਵੀਂ ਤੇ 50 ਸੀ, ਉਹਦੇ ਚੋਂ ਮਾਈਨਸ ਕਰਨੀ ਆਪਾਂ ਨੇ 1 TRN -1 40 ਹੋ ਜਾਏਗਾ। ਤਾਂ 50 - 40 10 ਆ ਗਿਆ। ਤਾਂ ਪੰਜਵੀਂ ਇਕਾਈ ਦੀ ਸੀਮਾਂਤ ਆਮਦਨ 5 ਇਕਾਈਆਂ ਦੀ ਕੁੱਲ ਆਮਦਨ ਵਿੱਚੋਂ 4 ਇਕਾਈਆਂ ਦੀ ਕੁੱਲ ਆਮਦਨ ਜਿਹੜੀ ਆ ਉਹ ਚੋਂ ਮਾਈਨਸ ਕਰਨੀ ਆ। ਤਾਂ ਹੁਣ ਆਪਾਂ ਪਤਾ ਕਰਾਂਗੇ ਕਿ ਆਪਾਂ ਕੁੱਲ ਆਮਦਨ ਦਾ ਜਿਹੜਾ ਉਹ ਸਾਰਣੀ ਉਹ ਕਿਸ ਤਰ੍ਹਾਂ ਬਣਾਉਣੀ ਹੈ। ਹੁਣ ਆਪਾਂ ਪਤਾ ਕਰਾਂਗੇ ਕਿ ਇਹਦੀ ਸਾਰਣੀ ਕਿਸ ਤਰ੍ਹਾਂ ਜਿਹੜੀ ਉਹ ਤਿਆਰ ਕਰਨੀ ਹੈ। ਜਿਵੇਂ ਆਪਾਂ ਪਹਿਲਾਂ ਸਾਰਣੀ ਦੇ ਵਿੱਚ ਆਪਾਂ ਨੇ ਦੇਖਿਆ, ਟੇਬਲ ਦੇ ਵਿੱਚ ਦੇਖਿਆ, ਦੇਖੋ ਪਹਿਲੀ ਇਕਾਈ ਦੇ ਉੱਤੇ ਕੀਮਤ ਸੀਗੀ 10, ਤਾਂ ਕੁੱਲ ਆਮਦਨ ਜਿਹੜੀ 10 ਹੋ ਗਈ। ਦੂਜੀ ਤੇ 10 ਨਾਲ ਉਹ 20 ਹੋ ਗਈ, ਫਿਰ 30 ਹੋ ਗਈ, ਇਸ ਤਰ੍ਹਾਂ 40 ਤੇ 50, ਇਹਨਾਂ ਨੂੰ ਅਸੀਂ ਜੋੜ ਦਿਆਂਗੇ ਤਾਂ ਇਹ ਸਾਡੀ ਜਿਹੜੀ ਆ ਕੁੱਲ ਆਮਦਨ ਵਕਰ ਜਿਹੜੀ ਆ ਉਹ ਬਣ ਜਾਏਗੀ। ਉਸ ਤੋਂ ਬਾਅਦ ਸਾਡੇ ਕੋਲੇ ਜੇ ਆਪਣਾ AR ਅਤੇ MR ਪਤਾ ਕਰਨੀ ਆਪਾਂ ਨੇ, ਔਸਤ ਆਮਦਨ ਅਤੇ ਸੀਮਾਂਤ ਆਮਦਨ ਨੂੰ ਦਰਸਾਉਣਾ। ਪਹਿਲੀ ਇਕਾਈ ਤੇ ਵੀ 10 ਸੀਗੀ, ਇਸ ਟੇਬਲ ਦੇ ਵਿੱਚ ਦੇਖੋ 10 10 10 ਚੱਲ ਰਹੀ ਹੈ, ਤੇ ਸੀਮਾਂਤ ਆਮਦਨ ਵੀ 10 10 10 ਚੱਲ ਰਹੀ ਹੈ। ਇਹ ਪੂਰਨ ਮੁਕਾਬਲੇ ਦੀ ਸਿਚੁਏਸ਼ਨ ਆ, ਤਾਂ ਇਹ 10 ਹੀ ਰਹੇਗੀ 10 ਹੀ ਰਹੇਗੀ 10 ਰਹੇਗੀ, ਇਹਨੂੰ ਜੋੜ ਦਾਂਗੇ ਤਾਂ ਇਹ ਵਕਰ ਜਿਹੜੀ AR = MR ਦੋਨੇ ਔਸਤ ਆਮਦਨ ਅਤੇ ਸੀਮਾਂਤ ਆਮਦਨ ਇੱਥੇ ਦੋਨੇ ਬਰਾਬਰ ਆ। ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਜਦੋਂ AR ਔਸਤ ਆਮਦਨ ਜਿਹੜੀ ਸਥਿਰ ਨਹੀਂ ਹੈ, ਪਹਿਲਾਂ ਆਪਾਂ ਨੇ ਮੰਨੀ ਸੀ ਕਿ 10 10 10 10 ਰਹਿੰਦੀ ਹੈ, ਉਹ ਪੂਰਨ ਮੁਕਾਬਲੇ ਦੀ। ਹੁਣ ਆਪਾਂ ਗੱਲ ਕਰਾਂਗੇ ਦੂਸਰੇ ਮੁਕਾਬਲੇ ਜਿਹੜੇ ਏਕਾਧਿਕਾਰ ਦੀ ਜਾਂ ਏਕਾਧਿਕਾਰ ਪ੍ਰਤੀਯੋਗਤਾ ਦੇ ਵਿੱਚ, ਉਹਦੇ 'ਚ ਜਿਹੜੀ ਔਸਤ ਆਮਦਨ ਆ ਨਾ, ਕੀਮਤ ਜਿਹੜੀ ਆ ਨਾ ਉਹ ਸੇਮ ਨਹੀਂ ਰਹਿੰਦੀ। ਮਤਲਬ ਕਿ ਜੇ ਉਸਨੇ ਜਿਹੜਾ ਉਤਪਾਦਕ ਆ, ਜੇ ਉਹਨੇ ਹੋਰ ਇਕਾਈਆਂ ਵੇਚਣੀਆਂ ਤਾਂ ਉਹਨੂੰ ਕੀਮਤ ਘਟਾ ਕੇ ਵੇਚਣਾ ਪਵੇਗੀ। ਅਸੀਂ ਆਮ ਦੇਖਦੇ ਹਾਂ ਕਿ ਜਦੋਂ ਕੋਈ ਜਿਹੜੀ ਮੰਗ ਘੱਟ ਹੁੰਦੀ ਆ ਤਾਂ ਜਿਹੜੇ ਵਿਕਰੇਤਾ ਹੈਗੇ ਆ ਉਹ ਆਪਣੇ ਸਮਾਨ ਦੀ ਕੀਮਤ ਥੋੜ੍ਹੀ ਥੋੜ੍ਹੀ ਘਟਾ ਕੇ ਉਹ ਵੇਚਣੀ ਸ਼ੁਰੂ ਕਰ ਦਿੰਦੇ ਆ, ਤਾਂ ਉਹਦੇ ਨਾਲ ਉਹਦੀ ਜਿਹੜੀ ਆ ਉਹਨਾਂ ਦਾ ਮਾਲ ਵਿਕਣ ਲੱਗ ਜਾਂਦਾ। ਤਾਂ ਇੱਥੇ ਹੀ ਪਹਿਲੇ ਤਾਂ ਉਹਨੇ 10 ਰੁਪਏ ਤੇ ਜਿਹੜੀ ਉਹ ਵੇਚੀ ਆ, ਬਾਅਦ ਵਿੱਚ ਜੇ ਉਹਨੇ ਹੋਰ ਸਮਾਨ ਵੇਚਣਾ ਤੇ ਉਹ 50 ਪੈਸੇ ਘਟਾ ਦੇਵੇਗਾ, ਉਹ 9.5 ਰੁਪਏ ਕੀਮਤ ਕਰ ਦੇਵੇਗਾ। AR ਜਿਹੜੀ ਆ ਉਹ ਘਟ ਗਈ, ਕੀਮਤ ਘਟ ਗਈ, ਫਿਰ 9 ਰੁਪਏ ਹੋ ਜਾਏਗੀ, ਫਿਰ 8.5 ਰੁਪਏ ਤੇ ਫਿਰ 8 ਰੁਪਏ। ਤਾਂ ਇਹਨੂੰ ਆਪਾਂ ਇਹਨਾਂ ਤੋਂ ਹੀ ਆਪਾਂ ਨੇ ਕੁੱਲ ਆਮਦਨ ਪਤਾ ਕਰਨੀ ਆ। 10 ਨੂੰ ਆਪਾਂ 1 ਨਾਲ ਗੁਣਾ ਕੀਤੀ 10 ਆ ਗਈ। ਇਸ ਕੀਮਤ ਨੂੰ ਆਪਾਂ ਗੁਣਾ ਕਰਾਂਗੇ ਇਕਾਈਆਂ ਦੇ ਨਾਲ, 2 ਆ, ਤਾਂ 9.5 ਨੂੰ ਆਪਾਂ ਕਰਾਂਗੇ ਤਾਂ 19 ਆ ਜਾਏਗਾ। 9 ਨੂੰ ਆਪਾਂ 3 ਨਾਲ ਗੁਣਾ ਕਰਾਂਗੇ ਤਾਂ 27 ਆ ਜਾਏਗਾ। ਕੁੱਲ ਆਮਦਨ ਗੁਣਾ ਹੀ ਕਰਨੀ ਹੈ, ਉੱਪਰ ਲਿਖਿਆ ਹੋਇਆ ਕਿ TR ਜਦੋਂ ਪਤਾ ਕਰਨੀ ਆ, AR ਨੂੰ ਉਤਪਾਦਨ ਦੀਆਂ ਜਿਹੜੀਆਂ ਇਕਾਈਆਂ ਹੈਗੀਆਂ Q, ਇਹਦੇ ਨਾਲ ਆਪਾਂ ਨੇ ਉਸ ਨੂੰ ਮਲਟੀਪਲਾਈ ਕਰਨਾ। ਸੋ ਚੌਥੀ ਤੇ 8.5 ਨੂੰ 4 ਨਾਲ ਗੁਣਾ ਕਰ ਦਾਂਗੇ ਤਾਂ 34 ਆ ਜਾਏਗਾ। ਤਾਂ ਇਸੇ ਤਰ੍ਹਾਂ ਹੀ ਪੰਜਵੀਂ ਇਕਾਈ ਤੇ 8 ਰੁਪਏ ਕੀਮਤ ਹੈਗੀ ਆ, ਤੇ AR ਜਿਹੜੀ 8 ਆ, ਤੇ 5 ਇਕਾਈਆਂ ਦੇ ਨਾਲ 8 5 40 ਹੋ ਗਿਆ। ਹੁਣ ਆਪਾਂ ਇਹਦੇ ਤੋਂ ਆਪਾਂ ਨੇ ਸੀਮਾਂਤ ਆਮਦਨ ਕੱਢਣੀ ਆ। ਸੂਤਰ ਜਿਹੜਾ ਸਿੰਪਲ ਜਿਹਾ ਸੂਤਰ ਜਿਹੜਾ ਆਹ ਤਾਂ ਸੂਤਰ ਤੁਸੀਂ ਨੋਟ ਕੀਤਾ ਹੀ ਹੈ ਕਿ MR ਬਰਾਬਰ ਹੈ TRN -1। ਤਾਂ ਮਤਲਬ ਭਾਵ ਇਸ ਤੋਂ ਇਹ ਆ ਕਿ ਨਵੀਂ ਵਿੱਚੋਂ ਪੁਰਾਣੀ ਮਾਈਨਸ ਕਰੀ ਜਾਣੀ ਆਪਾਂ, ਠੀਕ ਹੈ। ਪਹਿਲੀ ਤੇ ਦੇਖੋ 10 ਵਿੱਚੋਂ 0 ਕੀਤੀ ਤੇ ਉਹ 10 ਹੀ ਰਹਿ ਗਈਆਂ। ਹੁਣ ਇੱਥੇ ਆ ਗਈ ਦੂਜੀ ਤੇ 19 ਹੋ ਗਿਆ, ਆਪਾਂ 19 ਇੱਥੇ ਲਿਖਿਆ। ਇਹਦੇ ਚੋਂ ਪਹਿਲਾਂ ਵਾਲੀ ਜਿਹੜੀ ਇਹਦੀ ਕੁੱਲ ਆਮਦਨ ਹੈਗੀ ਆ ਉਹ ਹੈਗੀ 10, 19 ਚੋਂ 10 ਘਟਾਤੀ ਤੇ ਇਹਦਾ ਮਤਲਬ 10 ਤੋਂ ਬਾਅਦ 9 ਹੀ ਵਧਿਆ। ਫਿਰ ਆਪਾਂ ਦੇਖਣਾ ਕਿ 27, 19 ਤੋਂ ਬਾਅਦ 27 ਤੇ ਕਿੰਨਾ ਜਿਹੜਾ ਅੰਤਰ ਆਇਆ, ਮਤਲਬ ਕਿ 1 ਇਕਾਈ ਹੋਰ ਵਧਾਉਣ ਦੇ ਨਾਲ, 2 ਤੋਂ 3 ਕਰਨ ਦੇ ਨਾਲ ਕੁੱਲ ਆਮਦਨ ਦੇ ਵਿੱਚ ਕਿੰਨਾ ਵਾਧਾ ਹੋਇਆ। 19 ਤੋਂ ਬਾਅਦ 27 ਦੇ ਵਿੱਚ 8 ਦਾ ਵਾਧਾ ਹੋਇਆ। ਤੀਜੀ ਤੇ ਚੌਥੀ ਤੇ ਆਪਾਂ ਦੇਖਾਂਗੇ ਕਿ ਚੌਥੀ ਇਕਾਈ ਤੇ ਕਿੰਨਾ ਵਾਧਾ ਹੋਇਆ। ਤੀਜੀ ਤੇ ਸੀ 27
ਤੇ ਵੱਧ ਕੇ 34 ਹੋ ਗਿਆ। 34 ਵਿੱਚੋਂ 27 ਮਾਈਨਸ ਕਰ ਦਈਏ 7 ਆ ਗਿਆ, ਤਾਂ ਫਿਰ ਇੱਦਾਂ 40 ਆ। ਤਾਂ ਇਹ ਆ ਕਿ ਜਿਹੜਾ ਏਕਾਧਿਕਾਰ ਅਤੇ ਏਕਾਧਿਕਾਰ ਪ੍ਰਤੀਯੋਗਤਾ ਦੇ ਵਿੱਚ ਜਦੋਂ ਜਿਹੜੀ ਆਮਦਨ ਆ ਸਥਿਰ ਨਹੀਂ ਰਹਿੰਦੀ, ਘਟਦੀ ਜਾਂਦੀ ਆ, ਉਸ ਸਮੇਂ ਕੁੱਲ ਆਮਦਨ ਅਤੇ ਔਸਤ ਆਮਦਨ ਜਿਹੜੀ ਆ ਉਹ ਕਿਵੇਂ ਪਤਾ ਕੀਤੀ ਜਾ ਸਕਦੀ ਹੈ। ਇਹਨਾਂ ਦਾ ਆਪਸ ਵਿੱਚ ਸੰਬੰਧ ਕੀ ਹੈ, ਇਹ ਪ੍ਰੀਖਿਆ ਦੇ ਨਜ਼ਰੀਏ ਤੋਂ ਇੰਪੋਰਟੈਂਟ ਇਹ ਤੁਹਾਡੇ ਵਾਸਤੇ ਕਿ ਔਸਤ ਆਮਦਨ, ਕੁੱਲ ਆਮਦਨ, ਸੀਮਾਂਤ ਆਮਦਨ ਦਾ ਆਪਸ ਵਿੱਚ ਕੀ ਸੰਬੰਧ ਆ। ਆਪਾਂ ਇੱਥੇ ਦੇਖ ਰਹੇ ਹਾਂ ਕਿ ਜਿਹੜੀ ਔਸਤ ਆਮਦਨ ਉਹ ਘਟ ਰਹੀ ਹੈ, 10 ਤੋਂ 9.5, 9, 8, 8.5, 8 ਘਟ ਰਹੀ ਹੈ। ਤਾਂ ਇਸ ਪਾਸੇ ਵੀ ਦੇਖੋ ਕਿ ਇਹ ਸੀਮਾਂਤ ਆਮਦਨ ਜਿਹੜੀ ਹੈਗੀ ਆ ਉਹ 10 ਤੋਂ 9, ਫਿਰ 8, 7, 6 ਘਟ ਰਹੀ ਆ। ਦੇਖੋ ਇਹ ਤਾਂ ਘਟ ਰਹੀ ਆ 50 ਪੈਸੇ ਨਾਲ, ਇਹ 1 ਰੁਪਈਏ ਦੀ ਫਰਕ ਦੇ ਨਾਲ ਘਟ ਰਹੀ ਆ, 1 ਰੁਪਇਆ। ਇਹਦਾ ਮਤਲਬ ਜਦੋਂ ਔਸਤ ਆਮਦਨ ਘਟ ਰਹੀ ਹੁੰਦੀ ਆ ਤੇ ਸੀਮਾਂਤ ਆਮਦਨ ਉਸ ਤੋਂ ਤੇਜ਼ੀ ਨਾਲ ਘਟ ਰਹੀ ਆ। ਔਸਤ ਆਮਦਨ ਤਾਂ 50 ਪੈਸੇ ਘਟ ਰਹੀ ਆ ਤੇ ਸੀਮਾਂਤ ਆਮਦਨ ਜਿਹੜੀ ਆ ਉਹ 1 ਰੁਪਈਆ ਘਟ ਰਹੀ ਆ। ਇਹ ਦੂਜੇ ਪੁਆਇੰਟ ਦੇ ਵਿੱਚ ਦੱਸਿਆ ਹੋਇਆ। ਤੇ ਤੀਸਰਾ ਹੈਗਾ ਕਿ ਜਦੋਂ MR ਘਟਦੀ ਹੈ ਤਾਂ ਹਰੇਕ ਵਾਧੂ ਇਕਾਈ ਦੀ ਵਿਕਰੀ ਨਾਲ TR ਟੋਟਲ ਰੈਵਨਿਊ ਵਿੱਚ ਪਹਿਲਾਂ ਤੋਂ ਘੱਟ ਵਾਧਾ ਹੁੰਦਾ ਹੈ। ਇਹ ਤੁਹਾਡੇ ਵਾਸਤੇ ਜਿਹੜੇ ਮਲਟੀਪਲ ਚੋਇਸ ਕੁਐਸਚਨ ਆਉਣਗੇ ਉਹਨਾਂ ਦੇ ਵਿੱਚੋਂ ਵੀ ਲਿਖਿਆ ਹੋਏਗਾ ਘੱਟ ਵਾਧਾ ਹੁੰਦਾ ਹੈ, ਵੱਧ ਵਾਧਾ ਹੁੰਦਾ ਹੈ, ਕੋਈ ਵਾਧਾ ਨਹੀਂ ਹੁੰਦਾ। ਇੱਦਾਂ ਨੂੰ ਧਿਆਨ ਦੇਣ ਦੀ ਲੋੜ ਆ। ਤੇ ਜਦੋਂ ਔਸਤ ਆਮਦਨ ਜਿਹੜੀ ਆ ਉਹ ਘਟਦੀ ਹੋਈ ਆ ਤਾਂ ਫਿਰ ਸੀਮਾਂਤ ਆਮਦਨ ਵੀ ਘਟਦੀ ਆ। ਤੇ ਜਦੋਂ ਫਿਰ ਸੀਮਾਂਤ ਆਮਦਨ MR ਘਟਦੀ ਆ ਤੇ ਜਿਹੜਾ TR 'ਚ ਜਿਹੜਾ ਵਾਧਾ ਹੋਣਾ ਨਾ ਉਹ ਘੱਟ ਵਾਧਾ ਹੁੰਦਾ, ਪਹਿਲਾਂ ਜਿੰਨਾ ਵਾਧਾ ਨਹੀਂ ਹੁੰਦਾ। ਉਹ ਤਾਂ ਕਲੀਅਰ ਹੀ ਇਸ ਗੱਲ ਤੋਂ ਕਿ ਜਦੋਂ ਔਸਤ ਆਮਦਨ ਘੱਟ ਆ ਤਾਂ ਇਹਦੇ ਵਿੱਚ ਵੀ ਘੱਟ, ਇੱਥੇ 40 ਦੀ ਥਾਂ ਤੇ 50 ਹੋ ਗਿਆ ਸੀਗਾ, ਹੁਣ ਇਹ 40 ਰਹਿ ਗਿਆ, ਤਾਂ ਇਹ ਵੀ ਘੱਟ ਵਾਧਾ ਹੁੰਦਾ। ਤੇ ਅੱਗੇ ਚੱਲਦੇ ਆ। ਜਿਹੜੀ ਸੀਮਾਂਤ ਆਮਦਨ ਹੈਗੀ ਆ ਉਹ ਰਿਣਾਤਮਕ ਵੀ ਹੋ ਸਕਦੀ ਹੈ, ਸਿਫਰ ਵੀ ਹੋ ਸਕਦੀ ਆ ਅਤੇ ਰਿਣਾਤਮਕ ਵੀ ਹੋ ਸਕਦੀ ਆ। ਇਹ ਨੋਟ ਕਰਨ ਵਾਲੀ ਗੱਲ ਆ ਤੁਹਾਡੇ ਵਾਸਤੇ। ਔਸਤ ਆਮਦਨ ਕਦੇ ਜਿਹੜੀ ਆ ਉਹ ਸਿਫਰ ਨਹੀਂ ਹੋ ਸਕਦੀ, ਤੇ ਜੇ ਔਸਤ ਆਮਦਨ ਸਿਫਰ ਨਹੀਂ ਹੈ ਤੇ ਫਿਰ ਕੁੱਲ ਆਮਦਨ ਵੀ ਸਿਫਰ ਨਹੀਂ ਹੋ ਸਕਦੀ, ਕਿਉਂਕਿ ਜੇ ਔਸਤ ਆਮਦਨ ਹੀ ਸਿਫਰ ਹੋ ਗਈ ਤੇ ਇਸ ਦਾ ਮਤਲਬ ਇਹ ਹੋਇਆ ਕਿ ਜਿਹੜਾ ਵੇਚਣ ਵਾਲਾ ਉਹਨੇ ਉਹਦੀ ਕੋਈ ਕੀਮਤ ਨਹੀਂ ਲਈ। ਤਾਂ ਬਾਜ਼ਾਰ ਦੇ ਵਿੱਚ ਕੋਈ ਫਰੀ ਚੀਜ਼ਾਂ ਮਿਲਦੀਆਂ ਨਹੀਂ ਆ, ਇਹ ਤਾਂ ਸਿਰਫ ਗੁਰਦੁਆਰੇ ਮੰਦਿਰ ਵਿੱਚੋਂ ਕਿਤੋਂ ਮਿਲ ਸਕਦੀਆਂ, ਲੰਗਰ ਵਿੱਚੋਂ ਤਾਂ ਫਰੀ ਮਿਲ ਸਕਦੀ ਆ। ਪਰ ਜੇ ਅਸੀਂ ਸਮਾਨ ਇਕਨੋਮਿਕਸ ਦੀ ਗੱਲ ਕਰਦੇ ਆ ਤਾਂ ਇੱਥੇ ਤਾਂ ਸਾਨੂੰ ਮੁੱਲ ਦੇ ਕੇ ਹੀ ਚੀਜ਼ ਦੇਣੀ ਪੈਣੀ ਹੈ। ਇਸ ਲਈ ਇਹ ਤਾਂ ਹੋ ਸਕਦਾ ਕਿ ਉਹ 'ਚ ਵਾਧਾ ਕੋਈ ਨਹੀਂ ਹੋਇਆ, ਵੀ ਉਹ ਪਹਿਲੀ ਵੀ 19 ਸੀ ਤੇ ਫਿਰ ਵੀ 19 ਹੋ ਗਈ। ਤੇ ਇਹਦੇ ਬਾਰੇ ਆਪਾਂ ਨੇ ਨੋਟ ਕਰਨ ਵਾਲੀ ਗੱਲ ਹੈ ਤੁਹਾਡੇ ਕਿ ਸੀਮਾਂਤ ਆਮਦਨ ਜਿਹੜੀ ਆ ਉਹ ਰਿਣਾਤਮਕ ਹੋ ਸਕਦੀ ਆ ਜਾਂ ਸਿਫਰ ਵੀ ਹੋ ਸਕਦੀ ਹੈ। ਤਾਂ ਇੱਥੇ ਆਪਾਂ ਦੇਖਦੇ ਹਾਂ ਕਿ ਰਿਣਾਤਮਕ ਕਿਵੇਂ ਆ ਅਤੇ ਸਿਫਰ ਕਿਵੇਂ ਆ। 100 ਇਕਾਈਆਂ ਤੇ ਜਿਹੜੀ ਆ ਉਤਪਾਦਨ ਦੇ 100 ਰੁਪਏ ਦੀ ਕੀਮਤ ਤੇ 1 ਇਕਾਈ ਵੇਚਣ ਦੇ ਨਾਲ ਉਹਨੂੰ 100 ਰੁਪਇਆ ਕੁੱਲ ਆਮਦਨ ਤੇ ਸੀਮਾਂਤ ਆਮਦਨ ਇਹ 100 ਹੀ ਰਹਿ ਗਈ। ਫਿਰ ਹੋ ਗਈ ਜਿਹੜੀਆਂ ਆਮਦਨ ਹੋ ਗਈ 80 ਰੁਪਏ ਦੇ ਉੱਤੇ ਉਹ 2 ਇਕਾਈਆਂ ਵੇਚੀਆਂ ਤੇ 160, ਤਾਂ ਉਹਦਾ ਜਿਹੜਾ ਵਾਧਾ ਜਿਹੜਾ ਹੋਇਆ 60 ਦਾ ਹੋਇਆ, ਇਹ ਸੀਮਾਂਤ ਆਮਦਨ ਆ। ਜਦੋਂ 40 ਰੁਪਏ ਕੀਮਤ ਹੋ ਗਈ ਆ ਤੇ ਇਕਾਈਆਂ 4 ਵਿਕੀਆਂ ਤੇ ਇਹਦੇ ਨਾਲ ਵੀ 160 ਹੀ ਬਣੇ ਆ ਟੋਟਲ। ਤਾਂ 160 ਵਿੱਚੋਂ 160 ਘਟਾਵਾਂਗੇ ਤਾਂ ਸਿਫਰ ਆਏਗਾ। ਦਾ ਮਤਲਬ ਸੀਮਾਂਤ ਆਮਦਨ ਜਿਹੜੀ ਉਹਦੀ ਸਿਫਰ ਆ, ਉਹ 'ਚ ਕੋਈ ਵਾਧਾ ਨਹੀਂ ਹੋਇਆ। ਤੇ 30 ਇਕਾਈਆਂ 30 ਰੁਪਏ ਦੇ ਉੱਤੇ ਰੇਟ ਦੇ ਨਾਲ 5 ਇਕਾਈਆਂ ਵਿਕੀਆਂ ਤੇ 150 ਰੁਪਇਆ ਹੀ ਉਹਨੂੰ ਮਿਲਿਆ ਕੁੱਲ। ਤਾਂ 150 ਚੋਂ 160 ਘਟਾ ਦਿਆਂਗੇ ਤਾਂ ਇਹ ਤਾਂ ਮਾਈਨਸ ਹੋ ਗਈ ਆ, ਇਹ ਸੀਮਾਂਤ ਆਮਦਨ ਘਟ ਵੀ ਸਕਦੀ ਹੈ। ਤਾਂ ਇਹ ਇਹਨਾਂ ਦੇ ਸੰਬੰਧ ਹੈਗੇ ਆ। ਏਕਾਧਿਕਾਰ ਅਤੇ ਏਕਾਧਿਕਾਰ ਪ੍ਰਤੀਯੋਗਤਾ ਸੀਮਾਂਤ ਆਮ ਸਿਫਰ ਵੀ ਹੋ ਸਕਦੀ, ਰਿਣਾਤਮਕ ਹੋ ਸਕਦੀ ਆ। ਜਦੋਂ MR ਸਿਫਰ ਹੁੰਦੀ ਆ ਤੇ TR ਵਧਣਾ ਬੰਦ ਕਰਦੀ ਆ ਅਤੇ TR ਉਸ ਸਮੇਂ ਅਧਿਕਤਮ ਹੁੰਦੀ ਆ, ਵੱਧ ਤੋਂ ਵੱਧ ਹੁੰਦੀ ਆ, ਜਿਵੇਂ ਆਪਾਂ 160 ਦੇਖਿਆ। ਤੇ ਜਦੋਂ MR ਰਿਣਾਤਮਕ ਹੁੰਦੀ ਆ ਤੇ TR ਜਿਹੜਾ ਉਹ ਉਹਦੇ 'ਚ ਵਾਧਾ ਘੱਟ ਹੋਣਾ ਸ਼ੁਰੂ ਕਰ ਦਿੰਦੀ ਆ, ਘੱਟ ਦਰ ਦੇ ਨਾਲ ਉਹ ਵੱਧਦੀ ਆ ਰਿਣਾਤਮਕ ਜਦੋਂ ਹੁੰਦੀ ਆ। ਤੇ ਜਦੋਂ MR ਘੱਟ ਹੋ ਰਹੀ ਹੁੰਦੀ ਆ ਤਾਂ ਵਾਧੂ ਇਕਾਈ ਦੀ ਵਿਕਰੀ ਨਾਲ TR ਵਿੱਚ ਪਹਿਲਾਂ ਨਾਲੋਂ ਘੱਟ ਵਾਧਾ ਹੁੰਦਾ, ਜਾਣੀ ਕਿ ਘਟਦੀ ਦਰ ਦੇ ਨਾਲ। ਤਾਂ ਇਹ ਉਸੇ ਤਰ੍ਹਾਂ ਹੀ ਮਤਲਬ ਕਿ ਇਸ ਟੇਬਲ ਦੇ ਨਾਲ ਆਪਾਂ ਦਰਸਾ ਸਕਦੇ ਹਾਂ। ਇਹਦੇ 'ਚ ਔਸਤ ਆਮਦਨ ਜਿਹੜੀ ਹੈਗੀ ਆ 10, 9, 8, 7 ਇਹ ਆਪਾਂ ਘਟਾਉਣੀ ਆ। ਇਹ ਪੂਰਨ ਮੁਕਾਬਲਾ ਨਹੀਂ ਹੈ, ਇਹ ਏਕਾਧਿਕਾਰ ਜਾਂ ਏਕਾਧਿਕਾਰ ਪ੍ਰਤੀਯੋਗਤਾ ਦੇ ਵਿੱਚ ਆ। ਤਾਂ ਇਹਦੇ 'ਚ ਆਪਾਂ ਉਸੇ ਤਰ੍ਹਾਂ ਹੀ ਗੁਣਾ ਕਰਕੇ ਤੁਸੀਂ ਜਿਹੜੀ ਉਹ ਕੁੱਲ ਆਮਦਨ ਪਤਾ ਕਰ ਸਕਦੇ ਹੋ ਤੇ ਸੀਮਾਂਤ ਆਮਦਨ ਜਿਹੜੀ ਆ ਨਵੀਂ ਮਾਈਨਸ ਪੁਰਾਣੀ ਕਰਕੇ ਤੁਸੀਂ ਕਰ ਸਕਦੇ ਹੋ। 18 ਚੋਂ 10 ਘਟਾ ਦਿਓ ਤਾਂ 8 ਆ ਜਾਏਗਾ। ਇੱਥੇ ਆਪਾਂ ਦੇਖੀਏ 30 ਹੈ, 30 ਚੋਂ 28 ਘਟਾ ਦਿਆਂਗੇ ਤਾਂ 2 ਆ ਜਾਏਗੀ।
ਇੱਥੇ 28 ਹੈ, 28 ਚੋਂ ਆਪਾਂ -30 ਕਰਾਂਗੇ, 30 ਵੱਡਾ, ਇਸ ਕਰਕੇ -2 ਆਵੇਗੀ। ਤਾਂ ਇਦਾਂ ਤੁਸੀਂ ਇਹਨਾਂ ਨੂੰ ਕਰ ਸਕਦੇ ਹੋ। ਇਸੇ ਨੂੰ ਆਪਾਂ ਇਸ ਟੇਬਲ ਦੇ ਵਿੱਚ ਆਪਾਂ ਦਰਸਾ ਸਕਦੇ ਹਾਂ। ਉੱਪਰਲਾ ਟੇਬਲ ਜਿਹੜਾ ਹੈਗਾ ਇਹ ਕੁੱਲ ਆਮਦਨ ਨੂੰ ਦਰਸਾ ਰਿਹਾ, ਥੱਲੇ ਵਾਲਾ ਜਿਹੜਾ ਹੈਗਾ ਉਹ ਜਿਹੜੀ ਉਹ ਸੀਮਾਂਤ ਆਮਦਨ ਸਿਫਰ ਨੂੰ ਦਿਖਾ ਰਿਹਾ ਕਿ ਜਦੋਂ ਸੀਮਾਂਤ ਆਮਦਨ ਸਿਫਰ ਹੋ ਗਈ ਇਸ ਬਿੰਦੂ ਦੇ ਉੱਤੇ 6ਵੀਂ ਇਕਾਈ ਦੇ ਉੱਤੇ, ਆ 6ਵੀਂ ਇਕਾਈ ਹੈ, ਤਾਂ ਫਿਰ ਕੁੱਲ ਆਮਦਨ 6ਵੀਂ ਇਕਾਈ ਤੇ ਉਹਦੀ ਮੈਕਸਿਮਮ ਹੋ ਗਈ 30 ਤੋਂ ਬਾਅਦ ਤਾਂ ਫਿਰ ਘਟੇਗੀ। ਆ ਲਾਈਨ ਉੱਪਰੋਂ ਮੁੜਨੀ ਸ਼ੁਰੂ ਹੋ ਗਈ ਥੱਲੇ ਨੂੰ। ਇਹ ਜੋ ਤੁਸੀਂ ਖੁਦ ਬਣਾਓਗੇ ਤਾਂ ਇਹ ਡਾਇਗਰਾਮ ਜਿਹੜੀ ਆ ਇਸ ਤਰ੍ਹਾਂ ਹੀ ਬਣ ਜਾਏਗੀ। ਇਹ ਜਿਹੜੀ ਔਸਤ ਆਮਦਨ ਆ, ਇਹ ਔਸਤ ਆਮਦਨ ਇਸ ਲਾਈਨ ਤੋਂ ਬਹੁਤ ਦੂਰ ਆ, ਹਜੇ ਇਹ ਸਿਫਰ ਤੱਕ ਨਹੀਂ ਆਈ। ਇਹਨੂੰ ਅੱਗੇ ਜਾ ਕੇ ਸਿਫਰ ਤੱਕ ਵੀ ਆਪਾਂ ਲਿਜਾ ਕੇ ਦੇਖਦੇ ਹਾਂ। ਇੱਥੇ ਦੇਖੋ ਜਦੋਂ ਇਹ AR ਸਿਫਰ ਤੇ ਆ ਗਿਆ, AR ਔਸਤ ਆਮਦਨ ਵਾਲੀ ਘਟਦੀ 11ਵੀਂ ਇਕਾਈ ਦੇ ਉੱਤੇ ਸਿਫਰ ਹੋ ਗਈ ਹੈ, ਤਾਂ ਇੱਥੇ ਜਦੋਂ ਆਮਦਨ ਹੀ ਕੋਈ ਨਹੀਂ ਆ ਤੇ ਫਿਰ ਉਹਦੀ ਕੁੱਲ ਆਮਦਨ ਵੀ ਨਹੀਂ ਹੋਵੇਗੀ। ਮਤਲਬ ਕਿ ਜੇ ਉਹਦੀ ਕੀਮਤ ਨਹੀਂ ਆ ਤੇ ਆਮਦਨ ਵੀ ਨਹੀਂ ਆ, ਤਾਂ ਇਸ ਬਿੰਦੂ ਦੇ ਉੱਤੇ ਉਹਦੀ ਕੁੱਲ ਆਮਦਨ ਵੀ ਸਿਫਰ ਹੋ ਜਾਏਗੀ, ਸੀਮਾਂਤ ਆਮਦਨ ਵੀ ਜਿਹੜੀ ਔਸਤ ਆਮਦਨ ਉਹ ਵੀ ਸਿਫਰ ਹੋ ਜਾਏਗੀ। ਤੇ ਇਹ ਜਿਹੜੀ ਸਿਚੁਏਸ਼ਨ ਆ ਇਹ ਕਦੇ ਜਿਹੜੀ ਉਹ ਵਾਪਰਦੀ ਨਹੀਂ ਹੈ ਇਕਨੋਮਿਕਸ ਦੇ ਵਿੱਚ, ਕਦੇ ਵੀ AR ਸਿਫਰ ਨਹੀਂ ਹੋ ਸਕਦੀ। ਤਾਂ ਇਹ ਸੰਬੰਧ ਜਿਹੜੇ ਆ ਤੁਹਾਡੇ ਵਾਸਤੇ ਇਹਨੂੰ ਧਿਆਨ ਦੇਣ ਉਹੀ ਉਸੇ ਤਰ੍ਹਾਂ ਹੀ ਹੈਗੇ ਆ ਕਿ ਉਹਨਾਂ ਦੇ ਆਪਸ ਵਿੱਚ ਸੰਬੰਧ ਕੀ। ਪੂਰਨ ਮੁਕਾਬਲੇ ਦੇ ਵਿੱਚ ਆਪਾਂ ਪਹਿਲਾਂ ਕਰ ਚੁੱਕੇ ਆ ਕਿ ਇਹਦੇ ਵਿੱਚ MR ਜਿਹੜੀ ਸਥਿਰ ਹੁੰਦੀ ਆ ਤੇ TR ਵੀ ਸਥਿਰ ਹੁੰਦੀ ਆ। ਤੇ ਜਦੋਂ MR ਘਟਦੀ ਆ ਜਿਹੜੀ ਏਕਾਧਿਕਾਰ ਅਤੇ ਏਕਾਧਿਕਾਰ ਪ੍ਰਤੀਯੋਗਤਾ ਦੇ ਵਿੱਚ, ਤਾਂ ਸੀਮਾਂਤ ਆਮਦਨ ਜਦੋਂ ਘਟਦੀ ਆ ਤੇ ਕੁੱਲ ਆਮਦਨ ਘਟਦੀ ਦਰ ਦੇ ਨਾਲ ਵੱਧਦੀ ਤਾਂ ਹੁੰਦੀ ਆ ਉਹ, ਪਰ ਉਹ ਘਟਦੀ ਦਰ ਨਾਲ ਵੱਧਦੀ। ਇਹ ਨੋਟ ਕਰਨੀ ਆ ਤੁਸੀਂ ਗੱਲ। ਤੇ ਜਦੋਂ ਸਿਫਰ ਹੋ ਜਾਂਦੀ ਆ MR ਤਾਂ TR ਅਧਿਕਤਮ ਹੁੰਦੀ ਆ, ਸਭ ਤੋਂ ਵੱਧ ਉੱਥੇ ਹੁੰਦੀ ਆ। ਤੇ ਜਦੋਂ MR ਰਿਣਾਤਮਕ ਹੋ ਜਾਂਦੀ ਆ ਤੇ TR ਫਿਰ ਘਟਣਾ ਸ਼ੁਰੂ ਕਰ ਦਿੰਦੀ ਆ। ਇਹ ਸੰਬੰਧ ਤੁਹਾਡੇ ਵਾਸਤੇ ਜ਼ਰੂਰੀ ਆ, ਇਹਨਾਂ ਨੂੰ ਨੋਟ ਕਰਨਾ। ਤੇ ਹੁਣ ਆ ਗਿਆ ਔਸਤ ਆਮਦਨ ਦੇ ਨਾਲ ਕਿ ਜਦੋਂ ਔਸਤ ਆਮਦਨ ਸਥਿਰ ਹੁੰਦੀ ਆ ਤੇ ਸੀਮਾਂਤ ਆਮਦਨ ਵੀ ਸਥਿਰ ਹੁੰਦੀ ਆ ਪੂਰਨ ਮੁਕਾਬਲੇ ਦੇ ਵਿੱਚ। ਤੇ ਜਦੋਂ AR ਘਟਦੀ ਆ ਤੇ MR ਉਸ ਤੋਂ ਤੇਜ਼ੀ ਨਾਲ ਘਟਦੀ ਆ। ਇਹ ਦੋਨੇ ਏਕਾਧਿਕਾਰ ਅਤੇ ਏਕਾਧਿਕਾਰ ਪ੍ਰਤੀਯੋਗਤਾ ਦੇ ਵਿੱਚ ਹੁੰਦਾ। ਜਦੋਂ ਸੀਮਾਂਤ ਆਮਦਨ ਰਿਣਾਤਮਕ ਹੋ ਸਕਦੀ ਆ ਤੇ ਪਰ AR ਜਿਹੜੀ ਆ ਉਹ ਰਿਣਾਤਮਕ ਨਹੀਂ ਹੋ ਸਕਦੀ। ਆਹ ਬਾਜ਼ਾਰ ਦੇ 3 ਰੂਪ ਆ। ਅਗਲੇ ਪਾਠਾਂ ਦੇ ਵਿੱਚ ਆਪਾਂ ਨੇ ਇਹਨਾਂ ਨੂੰ ਡਿਟੇਲ 'ਚ ਕਰਨਾ ਹੈਗਾ। ਹੁਣ ਤਾਂ ਆਪਾਂ ਇੰਨੀ ਕੁ ਗੱਲ ਜਿੰਨੀ ਮੈਂ ਪਹਿਲਾਂ ਤੁਹਾਡੇ ਨਾਲ ਕਰ ਚੁੱਕਾ ਉਨੀ ਕੀ ਕਰਨੀ ਹੈ। ਇੱਕ ਪੂਰਨ ਮੁਕਾਬਲਾ, ਏਕਾਧਿਕਾਰ ਤੇ ਏਕਾਧਿਕਾਰ ਪ੍ਰਤੀਯੋਗਤਾ, ਓਲੀਗੋਪੋਲੀ ਵਗੈਰਾ ਹੋਰ ਵੀ ਬਾਜ਼ਾਰ ਦੇ ਰੂਪ ਹੈਗੇ ਆ, ਉਹ ਆਪਾਂ ਇੱਥੇ ਨਹੀਂ ਕਰ ਰਹੇ। ਪਰਫੈਕਟ ਕੰਪੀਟੀਸ਼ਨ ਪੂਰਨ ਮੁਕਾਬਲੇ ਨੂੰ ਕਹਿੰਦੇ ਆ, ਮੋਨੋਪੋਲੀ ਏਕਾਧਿਕਾਰ ਅਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਏਕਾਧਿਕਾਰ ਪ੍ਰਤੀਯੋਗਤਾ। ਤਾਂ ਪੂਰਨ ਮੁਕਾਬਲੇ ਦੇ ਵਿੱਚ ਜਿਹੜੀ ਉਹ ਇਹ ਵਕਰ ਜਿਹੜੀ ਆ ਪੂਰਨ ਮੁਕਾਬਲਾ ਜਾਂ ਇਹਨੂੰ ਪੂਰਨ ਪ੍ਰਤੀਯੋਗਤਾ ਵੀ ਕਹਿ ਦਿੰਦੇ ਆ। ਤਾਂ ਇਹਦੇ 'ਚ ਫਰਮ ਜਿਹੜੀ ਹੁੰਦੀ ਆ ਨਾ ਉਹ ਕੀਮਤ ਸਵੀਕਾਰਕ ਹੁੰਦੀ ਆ। ਜਿਵੇਂ ਮੈਂ ਤੁਹਾਨੂੰ ਜੀਰੀ ਦੀ ਗੱਲ ਜਿਹੜੀ ਝੋਨੇ ਦੀ ਐਗਜ਼ਾਮਪਲ ਜਿਹੜੀ ਦਿੱਤੀ ਆ, ਤਾਂ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਜਿੰਨੀ ਵੀ ਉਹ ਕੀਮਤ ਮਤਲਬ ਕਿ ਬਾਜ਼ਾਰ 'ਚ ਹੈਗੀ ਉਹ ਲੈਣੀ ਪਵੇਗੀ, ਸਵੀਕਾਰ ਕਰਨੀ ਪਵੇਗੀ। ਕੋਈ ਆਪਣੀ ਕੀਮਤ ਨਹੀਂ ਉੱਥੇ ਲਾ ਸਕਦਾ ਬਾਜ਼ਾਰ ਦੇ ਵਿੱਚ ਕਿ ਹਾਂ ਵੀ ਮੈਂ ਇਹ ਇੰਨੇ ਦੀ ਵੇਚਣੀ ਆ। ਤਾਂ ਕੀਮਤ ਸਵੀਕਾਰਕ ਹੁੰਦੀ ਆ। ਤਾਂ ਜਿਹੜੀ ਪ੍ਰਚਲਿਤ ਕੀਮਤ ਹੁੰਦੀ ਆ ਉਹਦੇ ਤੇ ਹੀ ਉਹਨੂੰ ਜਿਹੜਾ ਉਹ ਵੇਚਣਾ ਪੈਂਦਾ। ਫਿਰ ਇਹਦੇ 'ਚ ਔਸਤ ਆਮਦਨ ਸਥਿਰ ਹੁੰਦੀ ਆ ਤੇ ਸੀਮਾਂਤ ਆਮਦਨ ਵੀ ਸਥਿਰ ਹੁੰਦੀ ਆ। ਇਹ ਜਿਹੜੀ ਆਪਾਂ ਨੇ ਪਹਿਲਾਂ ਕੀਤੀ ਸੀ 10 ਰੁਪਏ ਤੇ 10 ਰੁਪਏ ਤੇ ਇਹ ਜਿਹੜੀ ਹੈਗੀ ਆ ਇਹਦੇ ਤੇ ਸਾਰੀਆਂ ਇਕਾਈਆਂ ਤੇ 10 ਅਸੀਂ ਆਹ ਦੇਖਿਆ ਜਿਹੜਾ, ਤੇ ਸੀਮਾਂਤ ਆਮਦਨ ਇਹ ਦੋਨਾਂ ਨੂੰ ਅਸੀਂ ਦਿਖਾਇਆ। ਇੱਦਾਂ ਹੀ ਏਕਾਧਿਕਾਰ ਪ੍ਰਤੀਯੋਗਤਾ ਦੇ ਵਿੱਚ ਜਿਹੜੀ ਆ ਦਾ ਉਹ ਕੀਮਤ ਦਾ ਨਿਰਮਾਤਾ ਹੁੰਦਾ, ਪ੍ਰਾਈਸ ਮੇਕਰ ਹੁੰਦਾ ਜਿਹੜਾ ਏਕਾਧਿਕਾਰ ਵਾਲਾ ਹੁੰਦਾ। ਤਾਂ ਇਹ ਖੱਬੇ ਤੋਂ ਸੱਜੇ ਪਾਸੇ ਹੇਠਾਂ ਵੱਲ ਢਲਾਣ ਵਾਲੀ ਹੁੰਦੀ ਆ, ਅੱਗੇ ਜਾ ਕੇ ਦੇਖਾਂਗੇ ਆਪਾਂ। ਤਾਂ ਇਹਦੀ ਜਿਹੜੀ AR ਉੱਪਰ ਹੁੰਦੀ ਆ, MR ਜਿਹੜੀ ਉਸ ਤੋਂ ਥੱਲੇ ਹੁੰਦੀ ਆ, ਉਸ ਤੋਂ ਤੇਜ਼ੀ ਨਾਲ ਘਟਦੀ ਆ। ਤਾਂ ਇਹ ਦੇਖਦੇ ਹਾਂ ਆਪਾਂ। ਤਾਂ ਇਹਦੇ ਵਿੱਚ ਦੇਖੋ AR ਤੇ MR ਦੀ ਸਿਚੁਏਸ਼ਨ ਇਹ ਆ, ਇਹ AR ਉੱਪਰ ਆ, MR ਇਸ ਤੋਂ ਥੱਲੇ ਆ। ਇਸ ਐਗਜ਼ਾਮਪਲ ਦੇ ਨਾਲ ਤੁਸੀਂ ਇਹਨੂੰ ਮਤਲਬ ਕਿ ਘਟਾ ਕੇ ਤੁਸੀਂ ਕਰ ਸਕਦੇ ਹੋ 10, 9, 8, 7। ਤਾਂ ਇਹ ਵੀ ਜਿਹੜੀ ਆ ਉਹ ਉਸ ਤੋਂ ਤੇਜ਼ੀ ਨਾਲ ਘਟ ਰਹੀ ਆ। ਇਹ 1 ਰੁਪਏ ਨਾਲ ਘਟ ਰਹੀ ਆ ਔਸਤ ਆਮਦਨ, ਸੀਮਾਂਤ ਆਮਦਨ 2 ਦੇ ਨਾਲ ਘਟ ਰਹੀ ਆ ਤੇ ਥੱਲੇ ਆ ਇਹਦੀ। ਤਾਂ ਏਕਾਧਿਕਾਰ ਪ੍ਰਤੀਯੋਗਤਾ ਜਿਹੜਾ ਹੁੰਦੀ ਆ ਉਹਦੇ 'ਚ ਬਹੁਤ ਸਾਰੀਆਂ ਫਰਮਾਂ ਜਿਹੜੀਆਂ ਉਹ ਹੁੰਦੀਆਂ, ਮਤਲਬ ਕਿ ਏਕਾਧਿਕਾਰ ਵਾਲੀਆਂ ਕੁਝ ਫਰਮਾਂ ਹੁੰਦੀਆਂ ਬਰਾਬਰ ਦੀਆਂ। ਜਿਵੇਂ ਆਪਾਂ ਦੇਖਦੇ ਹਾਂ ਕਿ ਟੁੱਥ ਪੇਸਟ ਵਗੈਰਾ ਉੱਥੇ ਕਈ ਕਿਸਮ ਦੇ ਲੱਗੇ ਹੁੰਦੇ, ਕਈ ਕੰਪਨੀਆਂ ਦੇ ਹੁੰਦੇ ਆ। ਇੱਦਾਂ ਉਹ ਏਕਾਧਿਕਾਰ ਆ, ਆਪਾਂ ਅੱਗੇ ਜਾ ਕੇ ਡਿਟੇਲ 'ਚ ਕਰਨਾ। ਤਾਂ ਇਹ ਵੀ ਖੱਬੇ ਤੋਂ ਸੱਜੇ ਨੂੰ ਹੇਠਾਂ ਵੱਲ ਨੂੰ ਢਲਾਣ ਹੁੰਦੀ ਆ ਤੇ ਉਹਦੀ ਕਿਉਂਕਿ ਉਹਨੂੰ ਆਪਣੀ ਕੀਮਤ ਘਟਾ ਕੇ ਵੇਚਣੀ ਪੈਂਦੀ ਆ। ਤੇ ਜਿਹੜੀ ਉਹ ਇਹਦੇ 'ਚ AR ਜਿਹੜੀ ਹੈਗੀ ਆ ਔਸਤ ਆਮਦਨ ਵੱਧ ਲੋਚਦਾਰ ਹੁੰਦੀ ਆ ਏਕਾਧਿਕਾਰੀ ਨਾਲੋਂ। ਇਹ ਦੇਖੋ ਇਹਦਾ ਲੋਚ ਜਿਹੜੀ ਆ ਜ਼ਿਆਦੀ ਆ। ਇਹਦਾ ਮਤਲਬ ਕਿ ਇਹਦੇ 'ਚ ਥੋੜ੍ਹੀ ਜਿਹੀ ਕੋਈ ਕੀਮਤ ਘਟਾ ਦੇਗਾ ਤੇ ਉਹਦੇ ਮਾਲ ਦੀ ਜ਼ਿਆਦਾ ਮੰਗ ਜਿਹੜੀ ਉਹ ਹੋ ਜਾਂਦੀ ਆ।
ਇਹ ਤਾਂ 50-50 ਪੈਸੇ ਘਟਾ ਰਿਹਾ ਇਹਦੇ 'ਚ, ਤੇ ਪਰ ਉਹਦੀ ਜਿਹੜੀ ਮੰਗ ਆ ਉਹ ਉਸ ਹਿਸਾਬ ਨਾਲ ਉਹਦੀ ਵੱਧਦੀ ਰਹਿੰਦੀ ਆ। ਤਾਂ AR ਤੇ MR ਦੀ ਸਿਚੁਏਸ਼ਨ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੈ ਇਹਨਾਂ ਦਾ ਬਸ। ਐਂਡ ਦੇ ਵਿੱਚ ਆਪਾਂ ਇਹਦਾ ਅਭਿਆਸ ਕਰ ਲੈਂਦੇ ਹਾਂ। ਜਿੰਨਾਂ ਚੀਜ਼ਾਂ ਆਪਾਂ ਨੇ ਹੁਣ ਤੱਕ ਦੇਖੀਆਂ ਕਿ ਪਹਿਲੀ ਇਕਾਈ ਦੇ ਉੱਤੇ ਆਪਾਂ ਜੇ ਸੀਮਾਂਤ ਆਮਦਨ ਪਤਾ ਕਰਨੀ ਹੋਵੇ, ਐਗਜ਼ਾਮਪਲ ਮਤਲਬ ਕਿ ਇਹ ਆਪਾਂ ਤੁਹਾਡੇ ਵਾਸਤੇ ਹੈ ਉਦਾਹਰਨ ਵਜੋਂ, ਐਗਜ਼ਾਮ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦਾ ਨੂਮੈਰੀਕਲ ਵੀ ਜਿਹੜਾ ਉਹ ਪੁੱਛਿਆ ਜਾ ਸਕਦਾ। ਤਾਂ ਪਹਿਲੀ ਇਕਾਈ ਦੇ ਉੱਤੇ ਇਹ ਨਾਲ ਤੁਹਾਡੇ ਵਾਸਤੇ ਇਹ ਸਵਾਲ ਵੀ ਆ, ਤੇ ਬਹੁਤ ਸਾਰੇ ਬੱਚਿਆਂ ਨੇ ਹੋ ਸਕਦਾ ਹੱਲ ਵੀ ਕਰ ਲਿਆ ਹੋਵੇ ਕਿ ਪਹਿਲੀ ਇਕਾਈ ਦੇ ਉੱਤੇ ਜਿਹੜੀ ਸੀਮਾਂਤ ਆਮਦਨ ਆ ਉਹ ਕਿੰਨੀ ਹੋਵੇਗੀ। ਨਾਲ ਤੁਸੀਂ ਮੇਰੇ ਤੋਂ ਤੁਸੀਂ ਜ਼ਿਆਦਾ ਸਪੀਡ ਨਾਲ ਕਰ ਸਕਦੇ ਹੋ। ਤਾਂ ਪਹਿਲੀ ਇਕਾਈ ਦੇ ਉੱਤੇ ਜਿਹੜੀ ਉਹ ਸੀਮਾਂਤ ਆਮਦਨ ਕਿੰਨੀ ਹੋਵੇਗੀ। ਉਮੀਦ ਆ ਕਿ ਬੱਚਿਆਂ ਨੇ ਆਪਣੀ ਪਤਾ ਕਰ ਲਿਆ ਹੋਵੇਗਾ ਕਿ ਪਹਿਲੀ ਇਕਾਈ ਵੇਚਣ ਦੇ ਨਾਲ ਸੀਮਾਂਤ ਆਮਦਨ ਜਿਹੜੀ ਉਹ ਕਿੰਨੀ ਹੁੰਦੀ ਆ। ਸੋ 10 ਵਿੱਚੋਂ ਆਪਾਂ ਨੇ ਮਾਈਨਸ ਕਰਨੀ ਆ 0, ਤਾਂ 10 ਆ ਗਿਆ। ਹੁਣ ਦੂਸਰੀ ਤੇ ਤੁਸੀਂ ਕਰਨੀ ਆ 18 ਤੇ ਸੀਮਾਂਤ ਆਮਦਨ, ਮਤਲਬ ਕੁੱਲ ਆਮਦਨ 18 ਹੋ ਗਈ ਆ 2 ਇਕਾਈਆਂ ਵੇਚਣ ਤੇ, ਕੀਮਤ ਹੈਗੀ ਆ 9 ਰੁਪਏ। ਤਾਂ ਇਹਦਾ ਕੀ ਆਵੇਗਾ, 18 ਵਿੱਚੋਂ ਉਹ ਪਹਿਲੀ 10 ਮਾਈਨਸ ਕਰਨੀ ਆ, ਤਾਂ ਇਹ ਜਿਹੜੀ ਆ ਉਹ 8 ਆ ਗਈ। ਹੁਣ ਕਰਨੀ ਆ 24 ਤੇ। ਤਾਂ ਬੱਚੇ ਮੇਰੇ ਨਾਲੋਂ ਪਹਿਲਾਂ ਇਸ ਨੂੰ ਹੱਲ ਕਰ ਸਕਦੇ ਆ। ਅਗਲੇ ਵੀ ਜਿਹੜੀਆਂ ਹੋ ਰਹਿੰਦੀਆਂ 28 ਤੇ 30 ਤੇ ਫਿਰ 30 ਤੇ ਫਿਰ 28 ਤੇ। ਸੋ ਇਹ ਤੁਸੀਂ ਮੈਂ ਹੁਣ ਸਪੀਡ ਦੇ ਨਾਲ ਇਹਨਾਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰਾਂਗਾ। ਤਾਂ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਹੋਰ ਸਵਾਲ ਹੋਣਗੇ ਉਹਨਾਂ ਦਾ ਜਿਹੜਾ ਤੁਸੀਂ ਇਹਦੇ ਮਤਲਬ ਕਿ ਅਭਿਆਸ ਕਰਨਾ, ਪਤਾ ਇਹਦਾ ਲਗਾਉਣ ਦਾ ਇਹੀ ਤਰੀਕਾ। ਜਿਵੇਂ 28 ਆ, ਹੁਣ 28 ਦੇ ਵਿੱਚੋਂ ਪਹਿਲੀ ਆ 24 ਮਾਈਨਸ ਕਰ 4 ਆ ਜਾਏਗਾ। ਸੋ ਉਮੀਦ ਆ ਕਿ ਸਾਰੇ ਬੱਚਿਆਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਹੋਵੇਗਾ ਕਿ ਸੀਮਾਂਤ ਆਮਦਨ ਆਪਾਂ ਨੇ ਪਤਾ ਕਿਵੇਂ ਕਰਨੀ ਆ। 30 ਦੇ ਵਿੱਚੋਂ 28 ਆਪਾਂ ਮਾਈਨਸ ਕਰਨੇ ਆ, ਤਾਂ 30 ਚੋਂ 28 ਮਾਈਨਸ ਕੀਤੀ, ਉਸ ਤੋਂ ਪਹਿਲੀ ਮਾਈਨਸ ਕਰਨੀ ਆ, ਨਵੀਂ ਮਾਈਨਸ ਪੁਰਾਣੀ। ਹੁਣ ਇਹ ਮੰਨ ਲਓ 30 ਵਾਲੀ ਨਵੀਂ ਆਪਣੇ ਕੋਲ ਕੁੱਲ ਆਮਦਨ ਆ ਗਈ ਆ, ਇਹ 'ਚੋਂ ਪੁਰਾਣੀ ਹੈਗੀ ਆ 30, ਤਾਂ 30 ਵਿੱਚੋਂ 30 ਮਾਈਨਸ ਕਰਨਾ 0 ਜਿਹੜੀ ਉਹ ਸੀਮਾਂਤ ਆਮਦਨ ਇੱਥੇ ਆ ਗਈ ਆ। ਇੱਥੇ ਜਿਹੜੇ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਜਦੋਂ ਸੀਮਾਂਤ ਆਮਦਨ 0 ਹੋ ਗਈ ਹੈ ਤੇ ਜਿਹੜੀ ਕੁੱਲ ਆਮਦਨ ਉਹ ਮੈਕਸੀਮਮ ਆ। ਹੁਣ 30 ਆ ਇੱਥੇ, ਇਸ ਤੋਂ ਬਾਅਦ ਤਾਂ ਘਟੇਗੀ। ਇੱਥੇ ਦੇਖੋ ਹੁਣ 28 ਹੋ ਗਈ ਹੈ, 28 ਚੋਂ ਆਪਾਂ 30 ਮਾਈਨਸ ਕਰਾਂਗੇ ਤੇ 2 ਜਿਹੜੀ ਉਹ -2 ਹੋਈ ਆ। ਤਾਂ ਸੀਮਾਂਤ ਆਮਦਨ ਜਿਹੜੀ ਉਹ ਪਹਿਲਾਂ ਘਟ ਰਹੀ ਆ, 0 ਹੋ ਗਈ ਆ, ਤੇ ਫਿਰ ਇਹ ਮਾਈਨਸ ਵੀ ਹੋ ਗਈ ਆ। ਤਾਂ ਲਾਸਟ ਇਹ ਸਵਾਲ ਜਿਹੜਾ ਹੈਗਾ ਇਹਦੇ 'ਚ ਤੁਸੀਂ ਆਪਾਂ ਕੁੱਲ ਆਮਦਨ ਪਤਾ ਕਰਨੀ ਆ। ਇਹ ਪਹਿਲਾ ਜਿਹੜਾ 10 ਨੂੰ 1 ਨਾਲ ਗੁਣਾ ਕਰਾਂਗੇ, 9 ਨੂੰ 2 ਨਾਲ ਗੁਣਾ ਕਰਾਂਗੇ, 3 ਨੂੰ 8 ਨਾਲ ਗੁਣਾ ਕਰਾਂਗੇ, ਫਿਰ 4 ਨੂੰ 7 ਨਾਲ ਕਰਾਂਗੇ, ਤੇ 3 ਨੂੰ 8 ਨਾਲ, 4 ਨੂੰ 7 ਨਾਲ, 6 5 30, ਫਿਰ 6 5 30 ਤੇ 4 7 28। ਤੇ ਮੇਰਾ ਖਿਆਲ ਸਾਰੇ ਬੱਚਿਆਂ ਨੂੰ ਇਹਦੀ ਸਮਝ ਆ ਜਾਵੇ ਕੁੱਲ ਆਮਦਨ ਕਿਵੇਂ ਪਤਾ ਕਰਨੀ ਆ, ਸੀਮਾਂਤ ਆਮਦਨ ਕਿਵੇਂ ਪਤਾ ਕਰਨੀ ਆ। ਤੋ ਬਹੁਤ ਹੀ ਸੌਖਾ ਸੀ, ਇਹ ਬਹੁਤਾ ਈਜੀ ਸੀ ਜੇ ਤੁਸੀਂ ਧਿਆਨ ਨਾਲ ਇਸ ਨੂੰ ਦੇਖਿਆ ਹੋਵੇਗਾ, ਧਿਆਨ ਲਗਾਇਆ ਹੋਵੇਗਾ। ਤੇ ਉਮੀਦ ਹੈ ਕਿ ਤੁਹਾਨੂੰ ਇਹ ਬੜਾ ਈਜ਼ੀਲੀ ਸਮਝ ਆ ਗਿਆ ਹੋਵੇਗਾ। ਤੇ ਇਸ ਤਰ੍ਹਾਂ ਦੇ ਹੋਰ ਅਭਿਆਸ ਜਿਹੜੇ ਆ ਉਹ ਇੰਪੋਰਟੈਂਟ ਇਹਦੇ ਵਿੱਚੋਂ ਹੈ ਇਹਨਾਂ ਦਾ ਆਪਸੀ ਸੰਬੰਧ, ਜਿਹੜਾ ਸੀਮਾਂਤ ਆਮਦਨ ਤੇ ਔਸਤ ਆਮਦਨ ਦਾ ਸੰਬੰਧ, ਜਾਂ ਸੀਮਾਂਤ ਆਮਦਨ ਤੇ ਕੁੱਲ ਆਮਦਨ ਦਾ ਸੰਬੰਧ, ਔਸਤ ਆਮਦਨ ਅਤੇ ਸੀਮਾਂਤ ਆਮਦਨ ਦਾ ਸੰਬੰਧ, ਤੇ ਦੂਸਰੇ ਉਹਦੇ ਅੱਗੇ ਸੂਤਰ ਹੋ ਗਏ ਆ ਕਿ ਇਹਨਾਂ ਨੂੰ ਪਤਾ ਕਰਨ ਦੇ ਕਿਹੜੇ ਕਿਹੜੇ ਸੂਤਰ ਆ, ਤੇ ਫਿਰ ਇਹ ਅਭਿਆਸ। ਤਾਂ ਇਹਦੇ ਨਾਲ ਤੁਹਾਡਾ ਪੂਰਾ ਚੈਪਟਰ ਖਤਮ। ਬਹੁਤ ਬਹੁਤ ਧੰਨਵਾਦ।